ਮਨਮੁਖ ਨਾਲ ਦੋਸਤੀ ਨਾ ਕਰੀ, ਉਹ ਸਾਕਤ ਨਾਲ ਦੋਸਤੀ ਨਾ ਕਰੀ, ਮਾੜੇ ਸੱਪ ਨਾਲ ਦੋਸਤੀ ਨਾ ਕਰੀ। ਨਹੀਂ, ਉਹਦੇ ਜ਼ਹਿਰ ਆ, ਉਹਦੇ ਵਿੱਚ ਜ਼ਹਿਰ ਆ, ਭਾਵੇਂ ਉਹਦੇ ਅੰਦਰ ਮਣੀ ਆ, ਪਰ ਉਹਦੇ ਨਾਲ ਦੋਸਤੀ ਨਾ ਕਰੀ। ਤੋ ਇਹ ਦੱਸਿਆ ਕਿ ਪਰ ਮੂਰਖ ਮਨਮੁਖ ਦੀ ਸੰਗਤ ਵਿੱਚ ਰਾਜ ਤੇਰਾ ਭਾਵੇਂ ਰਾਜਾ ਹੋਵੇ, ਉਹਦੀ ਸੰਗਤ ਨਾ ਕਰੀ। ਤੈਨੂੰ ਰਾਜੇ ਯਾਸ਼ ਹੁੰਦੇ, ਮਤਲਬ ਜੇ ਨਾਮ ਨਹੀਂ ਜਪਦਾ, ਕਹਿਣ ਤੋਂ ਭਾਵੇਂ ਨਹੀਂ। ਰਾਜਾ ਜਿਹੜਾ ਨਾਮ ਜਪਦਾ ਬਹੁਤ ਚੰਗਾ ਹੈ। ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਹੋਏ, ਜਿਹੜਾ ਮਾਇਆ ਹੈ ਉਹ ਕਰੰਸੀ ਦਾ ਨਾਂ ਨਹੀਂ ਹੈ। ਪਹਿਲਾ ਪਾਤਸ਼ਾਹ ਦਾ ਪਹਿਲਾ ਸ਼ਬਦ ਕੀ, ਮੋਤੀ ਤੇ ਮੰਦਰ ਉਸਰੇ ਰਤਨੀ ਤੇ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਇਹ ਸੋਹਣੇ ਮੰਦਰ ਆ, ਤੇਰਾ ਘਰ ਬਾਰ ਬਹੁਤ ਸੋਹਣਾ। ਇਹ ਇਤਰਾਜ਼ ਨਹੀਂ ਕੀਤਾ, ਇਤਰਾਜ਼ ਕੀਤਾ ਕਿ ਤੇਰਾ ਮੋਹ ਇਸ ਘਰ ਨਾਲ ਹੀ ਪੈ ਜਾਏ ਤੇ ਰੱਬ ਦਾ ਨਾਂ ਲਵੇਂ ਹੀ ਨਾ। ਤੂੰ ਅਮੀਰ ਹੋ ਕੇ ਰੱਬ ਦਾ ਨਾਂ ਲਵੇਂ, ਇਹ ਨਾ ਕਿਤੇ ਕਰ ਬੈਠੀ। ਮੈਂ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ। ਆਇਆ ਤਾਂ ਰੱਬ ਨੂੰ ਲੱਭਣ, ਤੇ ਆਪਣੇ ਮਕਾਨ ਮਹਿਲ ਮਾੜੀਆਂ ਦੇਖ ਕੇ ਰੱਬ ਨੂੰ ਨਾ ਭੁੱਲ ਜਾਈਂ ਕਿਤੇ। ਇਹ ਗੱਲ ਕਹੀ ਹੈ। ਕਰੰਸੀ ਨਹੀਂ ਮਾੜੀ, ਸੇਵਾ ਕਹਿੰਦੇ ਕਿ ਮਾਇਆ ਬਹੁਤ ਚੰਗੀ ਆ। ਮਾਇਆ ਦਾ ਸਤੋ ਗੁਣੀ ਨਾਲ ਰੱਬ ਪੈ ਜਾਂਦਾ ਹੀ। ਤਮੋ ਗੁਣੀ ਛੱਡਦੇ ਗੁਣ ਨੂੰ, ਰਜੋ ਗੁਣੀ ਛੱਡਦੇ, ਤੀਜਾ ਸਤੋ ਗੁਣੀ ਨਾਲ ਰੱਬ ਮਿਲ ਜਾਂਦਾ ਹੀ ਮਾਇਆ ਨਾਲ। ਮਾਇਆ ਕਿਤੇ ਵਾਹਿਗੁਰੂ ਨੇ ਮਾੜੀ ਨਹੀਂ ਕਹੀ, ਮਾਇਆ ਕੰਜਰੀ ਕਹੀ ਆ। ਉਹ ਕਿਹੜੀ ਮਾਇਆ ਆ? ਉਹ ਮਾਂ ਆ। ਨੋਟਾਂ ਦਾ ਨਾਂ, ਡਾਲਰਾਂ ਦਾ ਨਾਂ, ਪਾਉਂਡਾਂ ਦਾ ਨਾਂ, ਕਰੰਸੀ ਦਾ ਨਾਂ ਮਾਇਆ ਨਹੀਂ। ਮਾਇਆ ਤਾਂ ਚਾਹੀਦੀ ਗੁਰਸਿੱਖ ਰਾਜ ਜੋਗ ਕਿਹਾ, ਰਾਜ ਜੋਗ ਵੀ ਨਾਲ ਕਿਹਾ। ਆਪਾਂ ਰਾਜ ਕਰ ਲੈਨੇ ਆ, ਜੋਗ ਕਰਦੇ ਨਹੀਂ। ਉਹ ਭਾਈ ਮਨਮੁਖ ਨਾਲ ਰਾਜਾ ਹੁੰਦਿਆਂ ਵੀ ਜੀਵਨ ਮਨੋਰਥ ਪੂਰਾ ਨਹੀਂ ਹੋਣਾ। ਮਨਮੁਖ ਨਾਲ ਕਿਹਾ, ਗੁਰਮੁਖ ਰਾਜਾ ਨਹੀਂ ਹੋ ਸਕਦਾ। ਗੁਰਮੁਖ ਰਾਜਾ ਹੋ ਸਕਦਾ, ਸਨਮੁਖ ਰਾਜਾ ਹੀ ਸੀ। ਸੰਗਲਾ ਦੀਪ ਦਾ ਰਾਜਾ ਹੀ ਸੀ, ਫਿਰ ਉਹਨੂੰ ਸਨਮੁਖ ਸਿੰਘ ਮਿਲਿਆ। ਸੋ ਇਹ ਕੱਲਾ ਦੇਖਣ ਵਾਲੀ ਹੈ। ਫਿਰ ਗਰੀਬੀ ਦਾਵੇ ਚ ਕੱਟ ਲਈ, ਕੁਰੈਤ ਨਾ ਕਰੀ। ਪਰ 8 ਘੰਟੇ ਨਾਮ ਜਪੀ, ਤੈਨੂੰ ਰਾਜ ਮਿਲ, ਸਾਰੰਗ ਵਾਂਗੂ ਤੈਨੂੰ ਰਾਜ ਮਿਲ ਜਾਏਗਾ, ਰਾਜ ਮਿਲ ਜਾਏਗਾ। ਮੇਖੀ ਹੋਏ ਵਿਗਾੜੇ ਖਰਿਆ ਸੋ ਭਾਈ ਖੋਟ ਪੁਰਸ਼, ਮੇਖੀ ਖੋਟਾ ਪੁਰਸ਼ ਮਨਮੁਖ ਖਰਿਆ ਨੂੰ ਵੀ ਵਿਗਾੜ ਦਿੰਦਾ ਹੈ। ਦੇਖਿਆ ਜੇ ਘਰ ਚ ਨਾ ਤੁਸੀਂ ਸੇਬਾਂ ਦੀ ਪੇਟੀ ਲੈ ਜਾਓ, ਇੱਕ ਗਲਿਆ ਸੇਬ ਵਿੱਚ ਰੱਖ ਦਿਓ। ਇੱਕ ਸੇਬ ਗਲਿਆ, ਉਹ ਸਾਰਿਆਂ ਨੂੰ ਗਾਲ ਦੇਗਾ। ਕਿਵੇਂ? ਮਨਮੁਖ ਆ ਉਹ ਮਨਮੁਖ ਆ। ਫਿਰ ਕਿੰਨੀ ਜਲਦੀ ਫੈਲਿਆ, ਸਾਰੀ ਪੇਟੀ ਗਾਲਤੀ ਉਹਨੇ। ਉਹਦੇ ਵਿੱਚ ਕੀ ਸੀ? ਉਹ ਗਲਿਆ ਇੱਕ ਸੇਬ ਸੀ, ਉਹਨੇ ਸਾਰੇ ਗਾਲਤੇ। ਤੂੰ ਇਸ ਲਈ ਕਹਿੰਦੇ ਆ ਭਾਈ ਖੋਟਾ ਪੁਰਸ਼ ਮਨਮੁਖ ਜਿਹਨੇ ਅੰਮ੍ਰਿਤ ਨਹੀਂ ਛਕਿਆ, ਉਹ ਖਰਿਆਂ ਨੂੰ ਵੀ ਵਿਗਾੜ ਦਿੰਦਾ। ਤਾਂ ਡਾਊਨ ਲੈ ਜਾਊਗਾ ਹੀ। ਹਾਂਜੀ, ਖੋਟਾ ਰੁਪਈਆ ਅੱਗ ਵਿੱਚ ਤੌਣ ਨਾਲ ਹੀ ਸਾਫ਼ ਹੋ ਜਾਂਦਾ। ਅੱਗ ਵਿੱਚ ਤੌਣ ਨਾਲ ਹੀ ਸਾਫ਼ ਹੁੰਦਾ। ਨਰਕਾਂ ਦੀ ਅੱਗ ਵਿੱਚ ਸੁੱਟਿਆ ਜਾਂਦਾ ਭਾਈ, ਨਰਕਾਂ ਦੀ ਅੱਗ ਵਿੱਚ ਸੁੱਟਿਆ ਜਾਂਦਾ। ਇਹ ਗੱਲ ਯਾਦ ਰੱਖਣਾ ਭਾਈ ਓਏ, ਬਸ। ਫੇਰ ਨਾ ਕਿਹਾ, ਦੱਸਿਆ ਨਹੀਂ। ਮੇਖੀ ਹੁੰਦਾ ਖੋਟਾ ਰੁਪਈਆ, ਖੋਟਾ ਮਨੁੱਖ। ਰੁਪਈਏ ਨੂੰ ਆਪਾਂ ਕੀ ਲੈਣਾ? ਖੋਟਾ ਮਨੁੱਖ, ਬਸ। ਪੌੜੀ 9ਵੀਂ, ਮੂਰਖ ਮਨਮੁਖ ਤੋਂ ਪਰੇ ਰਹੋ। ਫਿਰ ਆ ਗਈ ਉਹੀ ਗੱਲ, ਮੂਰਖ ਮਨਮੁਖ ਤੋਂ ਪਰੇ ਰਹੋ। ਕੱਟਣ ਚੱਟਣ ਕੁੱਤਿਆਂ, ਕੁੱਤੇ ਹਲਕ ਤੇ ਮਨ ਸੁਗਾਵੇ। ਦੇਖ ਲਓ, ਕੱਟਣ ਚੱਟਣ ਕੁੱਤੀਆਂ, ਕੁੱਤੇ ਹਲਕ ਤੇ ਮਨ ਸੁਗਾਵੇ। ਸੁਗਾਵੇ ਹੁੰਦਾ ਸੁੰਘਦਾ, ਘਬਰਾਉਂਦਾ, ਡਰਦਾ। ਕੁੱਤਿਆਂ ਦਾ ਕੰਮ ਚੱਟਣਾ ਤੇ ਕੱਟਣਾ, ਪਰ ਜੇ ਕੁੱਤਾ ਹਲਕ ਜਾਏ ਤਾਂ ਉਸਦੇ ਚੱਟਣ ਤੋਂ ਵੀ ਮਨ ਘਬਰਾਉਂਦਾ। ਮਨਮੁਖ ਹਲਕੇ ਕੁੱਤੇ ਵਰਗਾਈ। ਬਸ ਦੇਖ ਲਿਆ, ਕੁੱਤਾ ਚੱਟ ਜਾਏ, ਸਿਰਫ ਕੱਟੇ ਨਾ, ਹਲਕਾ ਕੁੱਤਾ ਤੁਹਾਨੂੰ ਚੱਟ ਜਾਏ, ਤੁਹਾਡਾ ਮਨ ਘਬਰਾਏਗਾ। ਵੱਢ ਗਿਆ ਤਾਂ ਤੁਸੀਂ ਹਲਕ ਜਾਣਾ, ਉਹ ਤਾਂ ਗੱਲ ਵੱਖਰੀ ਹੈ। ਜੇ ਵੱਢਦਾ ਨਹੀਂ, ਚੱਟ ਗਿਆ, ਤਾਂ ਵੀ ਤੁਸੀਂ ਘਬਰਾਉਂਦੇ ਹੋ। ਮਨਮੁਖ ਹਲਕੇ ਕੁੱਤੇ ਵਰਗਾ, ਤੁਹਾਨੂੰ ਉਹ ਚੱਟ ਗਿਆ ਨਾ ਇੱਕ ਵਾਰੀ, ਤੁਹਾਨੂੰ ਹਲਕਾ ਚੜ ਜਾਣਾ। ਦੇਖ ਲੈਣਾ। ਦੇਖੋ ਕਿੱਡਾ ਵੱਡਾ ਕੱਟਣ ਚੱਟਣ ਕੁੱਤਿਆਂ, ਕੁੱਤੇ ਹਲਕੇ ਤੇ ਮਨ ਸੁਗਾਵੇ। ਦੇਖਿਆ ਜੇ, ਆਪੇ ਹੀ ਲਿਖਿਆ। ਉਹਦੇ ਚੱਟਣ ਤੋਂ ਵੀ ਮਨ ਘਬਰਾਉਂਦਾ। ਮਨਮੁਖ ਹਲਕੇ ਕੁੱਤੇ ਵਰਗਾ। ਠੰਡਾ ਤੱਤਾ ਕੋਇਲਾ ਕਾਲਾ ਕਰਕੇ ਹੱਥ ਜਲਾਵੇ। ਕੋਲਾ ਠੰਡਾ ਹੈ,
ਤੇ ਜਾਂ ਹੱਥ ਕਾਲਾ ਠੰਡਾ ਹੈ ਤੇ ਜਾਂ ਗਰਮ ਹੈ, ਠੰਡਾ ਕਿ ਤੱਤਾ ਹੈ। ਸੋ ਕੋਲਾ ਠੰਡਾ ਹੋਵੇ ਤਾਂ ਵੀ ਹੱਥ ਕਾਲੇ ਕਰਦਾ ਹੈ ਤੇ ਗਰਮ ਹੋਵੇ ਤਾਂ ਵੀ ਹੱਥ ਸਾੜਦਾ। ਮਨਮੁਖ ਤਾਂ ਕੋਲਾ ਹੈ, ਅੰਦਰੋਂ ਕਾਲਾ ਹੈ, ਅੰਦਰੋਂ ਸਾਫ਼ ਹੁੰਦਾ ਤੇ ਅੰਮ੍ਰਿਤ ਨਾ ਛਕ ਲੈਂਦਾ। ਜਿਉਂ ਚੱਕ ਚੂੰਦਰ ਸੱਪ ਦੀ ਅੰਨਾ ਕੋੜੀ ਕਰ ਦਿਖਲਾਵੇ। ਚੱਕ ਚੂੰਦਰ ਸੱਪ ਦੀ ਕਹਿੰਦਾ ਜਿਵੇਂ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਛੱਡਦਾ ਹੈ ਤੇ ਅੰਨਾ ਹੁੰਦਾ, ਛੱਡਦਾ ਹੈ ਤੇ ਅੰਨਾ ਹੁੰਦਾ, ਜੇ ਖਾਂਦਾ ਹੈ ਤੇ ਕੋੜੀ ਹੁੰਦਾ। ਦੇਖ ਲਓ ਉਹਦਾ ਇੰਨਾ ਜ਼ਹਿਰ ਹੈ। ਮਨਮੁਖ ਕੋੜ ਕਿਰਲੀ ਆ। ਮਨਮੁਖ ਐਗਜ਼ਾਮਪਲ ਆ ਤੁਹਾਡੇ ਸਾਹਮਣੇ। ਤੁਸੀਂ ਤਾਂ ਕਹੋਗੇ ਭਾਈ ਗਰਮ ਬੋਲਦਾ, ਮੈਂ ਕੀ ਗਰਮ ਬੋਲਦਾ? ਇਹ ਤਾਂ ਐਗਜ਼ਾਮਪਲ ਆ। ਮਨਮੁਖ ਕੋੜ ਕਿਰਲੀ ਵਰਗਾ ਹੀ, ਸੱਪ ਨਹੀਂ ਖਾਂਦਾ ਉਹਨੂੰ। ਹਾਂ, ਸੱਪ ਦੀ ਅੰਨਾ ਕੋੜੀ ਕਰ ਦਿਖਲਾਵੇ। ਸੋ ਜਾਨ ਰਸੌਲੀ ਦੇ ਵਿੱਚ ਵੱਡੀ ਪੀੜ ਰੱਖੀ ਸ਼ਰਮਾਵੇ। ਹਾਂ ਭਾਈ, ਉਹ ਜਾਨ ਰਸੌਲੀ ਦੇ ਵਿੱਚ, ਜਿਵੇਂ ਸਰੀਰ ਵਿੱਚ ਰਸੌਲੀ ਹੁੰਦੀ ਹੈ, ਜੇ ਕੱਟ ਦਈਏ ਤਾਂ ਪੀੜ ਕਰਦੀ ਹੈ, ਜੇ ਰੱਖੀਏ ਤਾਂ ਸ਼ਰਮ ਆਉਂਦੀ ਹੈ। ਸਰੀਰ ਬਦਸੂਰਤ ਲੱਗਦਾ ਹੈ। ਮਨਮੁਖ ਰਸੌਲੀ ਵਰਗਾ ਹੀ, ਕੱਟੇਗਾ ਤਾਂ ਵੀ ਦਰਦ ਹੋਊਗੀ, ਰੱਖੇਗਾ ਤੇ ਬਦਸੂਰਤ ਹੋ ਜਾਏਗਾ। ਮਨਮੁਖ ਰਸੌਲੀ ਵਰਗਾ ਹੀ। ਦੇਖ ਲੈ, ਵੰਸ਼ ਕਪੁੱਤ ਕੁਲਛਣਾ ਛੱਡੇ ਬਣੇ ਨਾ ਵਿੱਚ ਸਮਾਵੇ। ਸੋ ਜਿਵੇਂ ਕੁਲ ਵਿੱਚ ਭੈੜੇ ਲੱਛਣਾਂ ਵਾਲਾ ਕਪੁੱਤਰ ਹੁੰਦਾ ਹੈ, ਉਸ ਨੂੰ ਨਾ ਤਾਂ ਛੱਡਿਆ ਜਾ ਸਕਦਾ ਹੈ ਤੇ ਨਾ ਹੀ ਪਰਿਵਾਰ ਵਿੱਚ ਸਮਾਈ ਹੁੰਦੀ ਹੈ। ਮਨਮੁਖ ਕਪੁੱਤਰ ਵਰਗਾ ਹੀ, ਕਪੁੱਤਰ ਵਰਗਾ ਹੀ। ਮੈਂ ਕਿਹਾ ਨਾ ਜਵਾਰੀ ਕਪੁੱਤਰ ਹੈ ਤਾਂ ਗੁਰੂ ਨਾਨਕ ਹੀ। ਉਹ ਜਵਾਰੀ ਆ, ਯਾਸ਼ ਆ, ਸ਼ਰਾਬੀ ਆ। ਸੋ ਮੂਰਖ ਹੇਤ ਨਾ ਲਾਈ ਹੈ, ਪਰ ਹਰ ਵੈਰ ਅਲਿਪਤ ਵਲਾਵੇ। ਤੋ ਇਸੇ ਤਰ੍ਹਾਂ ਨਾ ਤਾਂ ਮੂਰਖ ਨਾਲ ਪਿਆਰ ਕਰ, ਨਾ ਹੀ ਵੈਰ ਰੱਖੀਏ, ਸਗੋਂ ਅਲਿਪਤ ਰਹਿ ਕੇ ਸਮਾਂ ਬਤੀਤ ਕਰ ਲਈਏ, ਪਰੇ ਰਹਿ ਕੇ। ਉਹ ਮਨਮੁਖੀ ਦੋਹੀ ਪਛਾੜੀ ਦੁੱਖ ਵਿਹਾਵੇ, ਦੋਹੀ ਪਵਾੜੀ ਦੁੱਖ ਵਿਹਾਵੇ। ਨਹੀਂ ਤਾਂ ਦੋਵਾਂ ਪਵਾੜਿਆਂ ਵਿੱਚ ਦੁੱਖ ਹੀ ਜ਼ਿੰਦਗੀ ਬੀਤੇਗੀ। ਦੋਵਾਂ ਪਵਾੜਿਆਂ 'ਚ ਦੁੱਖ ਦੀ ਜ਼ਿੰਦਗੀ ਬੀਤੂ ਭਾਈ। ਦੋਹੀ ਪਵਾੜੇ ਝਗੜੇ ਪਵਾੜੀ ਬੀਤੇਗੀ ਭਾਈ ਜ਼ਿੰਦਗੀ ਵੀ। ਦੇਖ ਲੈ। ਸੋ ਮਨਮੁਖ ਦਾ ਕੋਈ ਅਸੂਲ ਨਹੀਂ ਹੁੰਦਾ। ਪੌੜੀ 10ਵੀਂ ਆ। ਕਿਉਂ ਨਾ ਸਰੀਰ ਹੁੰਦਾ, ਸਰੀਰ ਦਾ ਕੋਈ ਅਸੂਲ ਨਹੀਂ। ਜੋ ਹਾਥੀ ਦਾ ਨਹਾਵਣਾ ਬਾਹਰ ਨਿਕਲ ਖੇ ਉਡਾਵੇ। ਬਸ ਜਿਵੇਂ ਹਾਥੀ ਨਵਾ ਦਿਓ, ਹਾਂ, ਪਾਣੀ ਤੋਂ ਬਾਹਰ ਨਿਕਲਦਾ ਤੇ ਸਵਾਹ ਸਿਰ ਤੇ ਪਾ ਲੈਂਦਾ। ਇਹ ਉਹਦਾ ਅਸੂਲ ਆ, ਇਹਦਾ ਅਸੂਲ ਆ। ਉਹਨੂੰ ਪਤਾ ਕਿ ਮੈਂ ਨਹਾ ਧੋ ਕੇ ਬਾਹਰ ਨਿਕਲਿਆ। ਜੋ ਉੱਠੇ ਦਾ ਖਾਵਣਾ ਪਰ ਹਰ ਕਣਕ ਜਮਾਂ ਹਾਂ ਖਾਵੇ। ਜਿਵੇਂ ਉੱਠ ਦਾ ਖਾਣਾ ਹੈ, ਉਹ ਕਣਕ ਨੂੰ ਛੱਡ ਕੇ ਜਮਾਂ ਕੰਡਿਆਂ ਵਾਲੇ ਬੂਟੇ ਖਾਂਦਾ ਜਮਾਂ। ਸੋ ਕਮਲੇ ਦਾ ਕਛੋਟੜਾ ਕਦੇ ਲੱਕ ਕਦੇ ਸੀਸ ਵਿਲਾਵੇ। ਤੇ ਜਿਵੇਂ ਕਮਲੇ ਆਦਮੀ ਦਾ ਲੰਗੋਟਾ ਹੁੰਦਾ, ਕਦੇ ਲੱਕ ਤੇ ਤੇੜ ਬੰਨਦਾ, ਚਿਤੜਾ ਤੇ ਬੰਨਦਾ, ਤੇ ਕਦੀ ਸਿਰ ਤੇ ਉਹੀ ਲੰਗੋਟਾ ਸਿਰ ਤੇ ਬੰਨ ਲੈਂਦਾ। ਹੈ ਕਿ ਨਹੀਂ ਪਾਗਲ? ਹੈ ਕਿ ਨਹੀਂ ਪਾਗਲ? ਬਾਈ ਮਨਮੁਖ ਦੀ ਗੱਲ ਹੀ, ਮਨਮੁਖ ਏਦਾਂ ਦਾ ਹੀ ਹੁੰਦਾ ਹੀ। ਜੋ ਕਰ ਟੁੰਡਾ ਹੱਥੜਾ ਜੋ ਚੁੱਟੀ ਸੋ ਬਾਤ ਬਤਾਵੇ। ਤੇ ਜਿਵੇਂ ਟੁੰਡਾ ਹੱਥ ਕਦੇ ਚਿੱਟੜਾ ਨੂੰ ਲਾਉਂਦਾ ਤੇ ਕਦੇ ਮੂੰਹ ਵਿੱਚ ਪਾਉਂਦਾ। ਸੁਣ ਲਿਆ ਜੀ? ਦੇਖਿਆ ਕਿੱਡੀ ਸਖਤ ਗੱਲ ਕਹੀ ਹੈ। ਟੁੰਡਾ ਭਾਈ ਉਹਦਾ ਇੱਕ ਹੱਥ ਕੀ ਕਰੇਗਾ? ਹਾਂ, ਜਿਉਂ ਕਰ ਟੁੰਡਾ ਹੱਥੜਾ ਸੋ ਚੁੱਟੀ ਸੋ ਬਾਤ ਬਤਾਵੇ। ਸੋ ਜਿਵੇਂ ਟੁੰਡਾ ਹੱਥ ਇੱਕ ਚਿੱਤੜਾ ਨੂੰ ਵੀ ਲਾਉਂਦਾ ਤੇ ਕਦੇ ਮੂੰਹ ਵਿੱਚ ਪਾਉਂਦਾ। ਦੇਖ ਲੋ, ਸੰਨੀ ਜਾਨ ਲੋਹਾਰ ਦੀ ਖਿੰਨ ਜਲ ਵਿੱਚ ਖਿੰਨ ਅਗਨ ਸਮਾਵੇ। ਸੰਨੀ ਤੁਹਾਨੂੰ ਪਤਾ ਹੀ ਆ ਲੋਹਾਰ ਦੀ। ਤੇ ਜਿਵੇਂ ਲੋਹਾਰ ਦੀ ਸੰਨੀ ਕਦੀ ਪਾਣੀ ਵਿੱਚ ਤੇ ਕਦੀ ਅੱਗ ਵਿੱਚ, ਕਦੀ ਪਾਣੀ ਵਿੱਚ ਤੇ ਕਦੀ ਅੱਗ ਵਿੱਚ। ਬਸ ਮੱਖੀ ਬਾਣ ਕੁਬਾਨ ਹੈ, ਲੈ ਦਰ ਗੰਧ ਸੁਗੰਧ ਨਾ ਭਾਵੇ। ਸੋ ਜਿਵੇਂ ਮੱਖੀ ਦੀ ਗੰਦੀ ਆਦਤ ਹੈ, ਇਹ ਗੰਧ ਤੇ ਹੀ ਬੈਠਦੀ ਹੈ, ਸੁਗੰਧੀ ਉਸਨੂੰ ਚੰਗੀ ਨਹੀਂ ਲੱਗਦੀ। ਸੁਗੰਧੀ ਤੇ ਵੀ ਦੇਖ ਬਰਫੀ ਪਈ ਹੋਵੇ, ਇੱਧਰ ਟੱਟੀ ਹੋਵੇ, ਟੱਟੀ ਤੇ ਬੈਠੂਗੀ, ਉੱਥੇ ਉਹੀ ਮੱਖੀ ਫਿਰ ਬਰਫੀ ਤੇ ਮਾੜੀ ਜੀ ਬੈਠੇਗੀ, ਉੱਠ ਕੇ ਚਲੀ ਜਾਏਗੀ, ਪਰ ਟੱਟੀ ਤਾਂ ਲਾ ਗਈ। ਇਸੇ ਕਰਕੇ ਮੱਖੀ ਬਹੁਤ ਗੰਦੀ ਕਹੀ ਹੈ। ਤੇ ਮਾਇਆ ਨੂੰ ਮੱਖੀ ਕਿਹਾ। ਓਏ ਮਾਇਆ ਨੂੰ ਮੱਖੀ ਓਏ ਗੰਦ ਤੇ ਬੈਠ ਕੇ ਤੁਹਾਡੇ ਕੋਲ ਆ ਕੇ ਬੈਠ ਜਾਂਦੀ ਆ। ਮੱਖੀ ਦੀ ਆਦਤ ਬੜੀ ਗੰਦੀ ਹੈ, ਗੰਦ ਤੇ ਬੈਠਦੀ ਹੈ। ਤੇ ਮੂਰਖ ਦਾ ਕਿਉਂ ਹੱਥੀ ਨਾ ਆਵੇ। ਬਸ ਸੋ ਮੂਰਖ ਦੇ ਕੁਛ ਹੱਥ ਨਹੀਂ ਆਉਂਦਾ।
ਮੂਰਖ ਦੇ ਕਹਿਣ ਨਾਲ ਕੋਈ ਚੀਜ਼ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਮੂਰਖ ਦਾ ਕਿਉਂ ਹੱਥ ਨਾ ਹੋਵੇ? ਮੂਰਖ ਦੇ ਕਹਿਣ ਨਾਲ ਕੁਛ ਨਹੀਂ ਹੱਥ ਮਿਲਦਾ, ਕੁਛ ਹੱਥ ਨਹੀਂ ਆਉਂਦਾ। ਮੂਰਖ ਮਨਮੁਖ ਆਪਣੇ ਔਗਣਾ ਕਰਕੇ ਦੁੱਖ ਭੋਗਦਾ ਹੈ। ਦੇਖਿਆ ਜੇ ਆਪਣੇ ਔਗਣਾ ਕਰਕੇ ਕਿੰਨੀਆਂ ਐਗਜ਼ਾਮਪਲ ਹੈ, ਇੰਨੀਆਂ ਐਗਜ਼ਾਮਪਲ ਆਪਾਂ ਦੇ ਸਕਦੇ, ਕਿੰਨੀਆਂ ਐਗਜ਼ਾਮਪਲ ਹੈ। ਪੌੜੀ 11ਵੀਂ। ਤੋਤਾ ਨਲੀ ਨਾ ਛੱਡੀ ਆਪਣ ਹੱਥੀ ਫਾਥਾ ਚੀਕੇ। ਉਹ ਨਲਨੀ ਹੁੰਦੀ ਹੈ ਚਰਖੜੀ ਵਰਗੀ, ਮੈਂ ਨਲਨੀ ਦੱਸ ਦਿਆਂ। ਨਲੀ ਨਾ ਛੱਡੀ ਤੋ ਥੱਲੇ ਪਾਣੀ ਹੁੰਦਾ, ਉਹਦਾ ਚੋਗਾ ਪਾਇਆ ਹੁੰਦਾ, ਉਹ ਨਲਨੀ ਤੇ ਆਉਂਦਾ ਬੈਠਦਾ, ਉਹ ਨਲਨੀ ਘੁੰਮ ਜਾਂਦੀ ਆ ਚਰਖੜੀ ਵਾਂਗੂ ਆ, ਬਣਾਈ ਏਦਾਂ ਦੀ ਹੋਈ। ਉਹ ਘੁੰਮ ਗਈ, ਉਹ ਘੁੰਮ ਗਈ ਤੇ ਨਾਲ ਉਹ ਵੀ ਘੁੰਮ ਗਿਆ। ਤੋਤਾ ਹੁਣ ਛੱਡਦਾ ਨਹੀਂ, ਕਿਉਂ ਕਿ ਉੱਥੇ ਉਹਦਾ ਚੋਗਾ ਪਿਆ, ਚੂਰੀ ਪਈ ਹੈ। ਉਹ ਹੁਣ ਦੇਖਦਾ ਥੱਲੇ ਪਾਣੀ, ਜੇ ਮੈਂ ਛੱਡ ਦਿੱਤਾ ਤੇ ਡੁੱਬ ਜਾਣਾ। ਉਹਨੂੰ ਹੱਥ ਘੁੱਟ ਕੇ ਫਾਈ ਰੱਖਦਾ ਹੱਥ, ਮੈਂ ਜੇ ਮੈਂ ਛੱਡਾਂਗਾ ਤੇ ਮੈਂ ਡੁੱਬ ਜਾਣਾ। ਥੱਲੇ ਪਾਣੀ, ਪਾਣੀ ਕੋਈ ਨਹੀਂ, ਐਵੇਂ ਥਾਲੀ ਵਿੱਚ ਪਾਣੀ ਪਾਇਆ, ਉਹਦੀ ਦੇਖਦਾ ਮੇਰੀ ਫੋਟੋ ਥੱਲੇ, ਥੱਲੇ ਦਾ ਪਾਣੀ ਆ, ਤੇ ਮੈਂ ਛੱਡ ਦਿੱਤਾ ਤੇ ਚੂਰੀ ਵੀ ਖਾਣੀ ਚਾਹੁੰਦਾ, ਛੱਡਦਾ ਵੀ ਨਹੀਂ, ਉੱਤੋਂ ਭਾਈ ਉਹਨੂੰ ਫੜ ਲੈਂਦਾ। ਤੋਤਾ ਫੜਿਆ ਗਿਆ, ਫਸ ਗਿਆ। ਵਾ ਗੰਗਾ ਰਾਮ ਚੂਰੀ ਖਾਣੀ ਆ, ਪਿੰਜਰੇ ਵਿੱਚ ਆ ਗਿਆ। ਏਦਾਂ ਹੀ ਆ। ਸੋ ਜਿਵੇਂ ਭਾਈ ਜਿਵੇਂ ਤੋਤਾ ਨਲੀ ਨਾ ਛੱਡੀ ਆਪਣ ਹੱਥੀ ਫਾਥਾ ਚੀਕੇ, ਆਪਣੇ ਹੱਥੀ ਫੱਕਿਆ। ਦੇਖੋ ਜੀ, तो तोता नली नहीं छड़दा, सो अपने आप फस के चीका मारदा। हुण चीका बड़िया मारदा जदों फस जांदा है। बांदर मुट्ठी न छड्डी घर घर नचे तक्कण थी लीके। सो इहनूं फड़न वाला की हुंदा, उन्हां नूं बांदर दा हत्थ पता लग जांदा किड्डा कु हत्थ है। ਉਹਦੇ ਵਿੱਚ ਭੁੱਜੇ ਹੋਏ ਛੋਲੇ ਪਾ ਦਿੰਦੇ। ਬਾਂਦਰ ਦਾ ਭੁੱਜੇ ਹੋਏ ਛੋਲਿਆਂ ਨਾਲ ਬਹੁਤ ਪਿਆਰ ਆ। ਜਦੋਂ ਏਦਾਂ ਖਾਲੀ ਹੱਥ ਦੇਖੋ, ਜਦੋਂ ਇਹ ਖਾਲੀ ਹੱਥ ਏਦਾਂ ਪਾਉਂਦਾ ਉਹ ਪੈ ਜਾਂਦਾ। ਹੁਣ ਮੁੱਠੀ ਭਰ ਲੈਂਦਾ ਏਦਾਂ, ਉਹ ਮੁੱਠੀ ਨਿਕਲਦੀ ਨਹੀਂ। ਦਾਣੇ ਛੱਡਣਾ ਨਹੀਂ ਚਾਹੁੰਦਾ, ਛੋਲੇ ਭੁੱਜੇ ਛੱਡਣਾ ਨਹੀਂ ਚਾਹੁੰਦਾ, ਜ਼ੋਰ ਲਾਉਂਦਾ ਉਹ ਮੁੱਠੀ ਨਹੀਂ। ਉਹਨੇ ਚਿਰ ਨੂੰ ਉਹ ਕਲੰਦਰ ਆ ਜਾਂਦਾ, ਫੜ ਲੈਂਦਾ ਉਹਨੂੰ। ਦੇਖਿਆ, ਇੱਕ ਛੋਟੇ ਜਿਹੇ ਦਾਣਿਆਂ ਪਿੱਛੇ, ਛੋਲੇ ਦੇ ਦਾਣਿਆਂ ਪਿੱਛੇ ਜਾਨ ਗਵਾ ਬੈਠਾ, ਉਹ ਗੁਲਾਮ ਬਣ ਗਿਆ। ਛੋਟੀ ਜੀ ਮਾਇਆ ਪਿੱਛੇ ਜੀਵ ਰੱਬ ਗੁਲਾਮ ਬਣ ਜਾਂਦਾ, ਮਾਇਆ ਦਾ ਗੁਲਾਮ, ਛੋਟੇ ਜਿਹੇ ਦਾਣਿਆਂ ਪਿੱਛੇ। ਸਵੇਰ ਦਾ ਬਾਂਦਰ ਮੁੱਠੀ ਨਾ ਛੱਡੀ ਘਰ ਘਰ ਨੱਚੇ ਤੱਕਣ ਝੀਕੇ। ਸੋ ਬਾਂਦਰ ਭੁੱਜੇ ਫੁੱਲ ਛੋਲਿਆਂ ਦੀ ਮੁੱਠ ਨਹੀਂ ਛੱਡਦਾ, ਫੜਿਆ ਜਾਂਦਾ ਤੇ ਘਰ ਘਰ ਨੱਚਦਾ, ਘਰ ਘਰ ਨੱਚਦਾ, ਝਈਆਂ ਕੱਢਦਾ, ਕਚੀਚੀਆਂ ਵੱਟਦਾ। ਦੇਖ ਲਓ ਜੀ, ਚੀਕਦਾ ਵੀ ਹੈ। ਗਦੋਂ ਅੜੀ ਨਾ ਛੱਡੀ ਚੀਂਗੀ ਪਾਉਂਦੀ ਹਿੱਕ। ਸੋ ਖੋਤਾ ਆਪਣੀ ਅੜੀ ਨਹੀਂ ਛੱਡਦਾ, ਭਾਰ ਪਾਇਆ ਟੀਟਰੇ ਮਾਰਦਾ, ਭਾਰ ਪਾਇਆ ਟੀਟਰੇ ਮਾਰਦਾ। ਮਨਮੁਖੇ ਕੂੜੇ ਚੱਕੀ ਕੁੱਤੇ ਚੱਕੀ ਚਟਨੀ ਪੁੱਛ ਨਾ ਸਿੱਧੀ ਤਰੀਕੇ। तो कुत्ता चक्की चटदा ही है, आटे वाल ध्यान नहीं, उसकी पूछ सिद्धी नहीं हुंदी, उसकी पूछ सिद्धी नहीं हुंदी। भावें उसनूं पुछ नूं घसीट के सीधा करन दी कोशिश करो। चक्की तो चटनी है, ਉਹਦੀ पूछ नहीं सीधी हुंदी, भावें सीधी कर दे कि चक्की तो ने चटनी है। करना कुफक्कड़ मूर्खां सप गए फड़फाटन लीके। तो मूर्ख मनमुख मूर्ख खोटे काम ही करते हैं, सप दे लंघ जान पिछों उसकी लकीर नूं मारदे हैं, उसकी लकीर नूं मारदे हैं। पग लहाए गनाए शरीके। सो मूर्ख मनमुख सारी उम्र ही भाई बंदा नाल वैर करादे हैं, बीत जाते हैं। मूर्ख मनमुख सारी उम्र भाई बंदा नाल वैर करदे बिता दिंदे हन, ते उन्हां दे मर जाण दे बाद पग ला के भाईचारे विच शरीक बन जाते हैं। आ मूर्ख बोल विगाड़ है, सच दा यार नहीं हुंदा। 12वीं पौड़ी है। अन्ना आखे लड़ मरे खुशी होवे सुन नाओ सुजाखा। भाई मनमुख अन्ने नूं अन्ना आखो लड़ मरदा है, तो जे सुजाखा कहे तो खुश होंदा। अन्ने नूं अन्ना कहो ना तो लड़ मरदा है। अन्ना आखे लड़ मरे, मनमुख अन्ना है, तो जो अन्ने नूं अन्ना आखो ना तो लड़ मरदा है। जे सुजाखा कहो तो खुश हो जांदा। सुजाखा
ਅੰਨੇ ਨੂੰ। ਭੋਲਾ ਆਖੇ ਭਲਾ ਮਨ, ਐ ਮੁਖ ਜਾਣ ਅਜਾਨ ਨਾ ਭਾਖਾ। ਉਹ ਭਾਈ ਮੂਰਖ ਮਨਮੁਖ ਨੂੰ ਭੋਲਾ ਕਹੋ ਤਾਂ ਭਲਾ ਮੰਨਦਾ, ਜੇ ਮੂਰਖ ਆਖੋ ਤਾਂ ਜਾਣ ਬੁੱਝ ਕੇ ਅਣਜਾਣ ਬਣ ਜਾਂਦਾ ਤੇ ਬੋਲਦਾ ਨਹੀਂ। ਦੇਖੋ, ਧੋਰੀ ਅੱਖੇ ਹੱਸ ਦੇ ਬੋਲਦਾ, ਵਖਾਨ ਕਰੇ ਮਨਮੱਖ। ਮੂਰਖ ਮਨਮੁਖ ਨੂੰ ਧੀਰਜਵਾਨ ਆਖੋ ਤਾਂ ਹੱਸਦਾ ਹੈ, ਤੇ ਜੇ ਬਲਦ ਆਖੋ ਤਾਂ ਮਨ ਵਿੱਚ ਕ੍ਰੋਧ ਕਰਦਾ ਹੈ। ਬਲਦ ਵਿਖਾਨ ਕਰੇ ਮਨ ਮੱਖਾ। ਕਾਉ ਸਿਆਣਪ ਜਾਣਦਾ ਵਿਸ਼ਟਾ ਖਾਏ, ਨਾ ਭਾਖ ਸੁਭਾਖਾ। ਦੇਖਿਆ, ਮਨਮੁਖ ਕਾਂ ਬੜੀ ਸਿਆਣਾ ਗਿਣਿਆ ਗਿਆ। ਸਾਰਾ ਆਪੇ ਸਾਰੇ ਕਹਿੰਦੇ ਕਾਂ ਬੜਾ ਸਿਆਣਾ ਹੁੰਦਾ। ਮਨਮੁਖ ਕਾਂ ਸਿਆਣਪ ਜਾਣਦਾ ਤੇ ਕਰਮ ਇਹ ਹੈ ਵਿਸ਼ਟਾ ਖਾਂਦਾ, ਚੰਗੀ ਭਾਸ਼ਾ ਨਹੀਂ ਬੋਲਦਾ, ਖਾਂਦਾ ਵਿਸ਼ਟ। ਨਾਉ ਸੁਰਤ ਕੁਰੀਤ ਦਾ, ਮੁਸ਼ਕ ਬਲਾਈ ਗਾਂਡੀ ਸਾਖਾ। ਤੋ ਮਨਮੁਖ ਨੇ ਭੈੜੀ ਰੀਤ ਕੁਰੀਤ ਦਾ ਨਾਉ ਸੁਰੀਤ ਚੰਗੀ ਰੀਤ ਰੱਖਿਆ, ਤੇ ਗਾਂਡੀ ਸਾਖਾ ਬਿੱਲੀ ਦੇ ਵਿਸ਼ਟੇ ਦਾ ਨਾਂ ਮੁਸ਼ਕ ਬਲਾਈ ਆਖਦੇ। ਗਾਂਡੀ ਸਾਖਾ ਬਿੱਲੀ ਦੇ ਵਿਸ਼ਟੇ ਦਾ ਨਾਂ ਮੁਸ਼ਕ ਬਲਾਈ ਆਖਦੇ ਹਨ। ਹੇਠ ਖੜਾ ਬੂ ਬੂ ਕਰੇ, ਗਿੱਦੜ ਹੱਥ ਨਾ ਆਵੇ ਦੱਖ। ਤਾਂ ਮਨਮੁਖ ਗਿੱਦੜ ਦਾ ਅੰਗੂਰਾਂ ਤੱਕ ਹੱਥ ਨਹੀਂ ਪਹੁੰਚਦਾ, ਹੇਠਾਂ ਖੜਾ ਹੀ ਬੂ ਬੂ ਕਰੀ ਜਾਂਦਾ, ਕੌੜੀ ਹੈ ਕੌੜੀ ਹੈ ਕੌੜੀ ਹੈ ਕਰੀ ਜਾਂਦਾ। ਬੋਲ ਵਿਗਾੜ ਮੂਰਖ ਭੇਡਾਖਾ। ਤੋ ਮਨਮੁਖ ਮੂਰਖ ਭੈੜਾ ਬੋਲ ਬੋਲ ਕੇ ਵਿਗਾੜ ਪਾ ਲੈਂਦਾ। ਉਹ ਭੇਡ ਦੀਆਂ ਅੱਖਾਂ ਵਾਲਾ ਭੇਡਾਖਾ ਹੈ, ਭਾਵ ਗੁਰੂ ਦੀ ਅਕਲ ਤੋਂ ਕੰਮ ਨਹੀਂ ਲੈਂਦਾ। ਭੇਡ ਚਾਲ ਸਾਨੂੰ ਲਾਈ ਲੱਗ ਹੋ ਕੇ ਤੁਰਿਆ ਜਾਂਦਾ, ਲਾਈ ਲੱਗ ਕੇ, ਬਿਲਕੁਲ ਲਾਈ ਲੱਗ। ਮੂਰਖ ਤਾਂ ਮੂਰਖ ਹੀ ਹੈ। ਇੱਥੇ ਮਨਮੁਖ ਨੂੰ ਮੂਰਖ ਕਿਹਾ, ਬਾਣੀ ਦੀ ਵਿਚਾਰ ਨਹੀਂ ਕਰਦਾ, ਰੱਬ ਨਾਲ ਸਾਂਝ ਨਹੀਂ ਪਾਉਂਦਾ। ਪੌੜੀ 13ਵੀਂ। ਮੂਰਖ ਮਨਮੁਖ ਬਿਨਾਂ ਗੁਣਾ ਤੋਂ ਹੀ ਹੰਕਾਰ ਕਰਦੇ। ਰੁੱਖਾਂ ਵਿੱਚ ਕਰੁੱਖ ਹੈ, ਅਰੰਡ ਅਵਾਈ ਆਪ ਗਨਾਏ। ਰੁੱਖਾਂ ਵਿੱਚੋਂ ਕਰੁੱਖ ਹੈ, ਅਰੰਡ ਅਵਾਈ ਆਪ ਗਨਾਏ। ਅਰੰਡ ਦੇਖੇ ਨਾ, ਜਿੱਥੇ ਰੁੱਖ ਨਹੀਂ ਉੱਥੇ ਰਿੰਡ ਪ੍ਰਧਾਨ, ਇਹ ਰਿੰਡੀ ਹੈ। ਕਰੁੱਖ ਭੈੜਾ ਰੁੱਖ। ਸੋ ਭਾਈ, ਸੋ ਮੂਰਖਾਂ ਦਾ ਮਜਲਾਸ ਵਿੱਚ ਬੈਠਦਾ ਹੀ ਨਹੀਂ, ਮਜਲਿਸ ਵਿੱਚ। ਤੇ ਮੂਰਖ ਦੇ ਘਰਾਂ ਵਿੱਚ ਸਫਾਈ ਨਹੀਂ ਹੁੰਦੀ, ਤੇ ਮੂਰਖ ਦੀ ਗਿਣਤੀ ਮਨੁੱਖਾਂ ਵਿੱਚ ਨਹੀਂ ਹੁੰਦੀ। ਮਨਮੁਖ ਵੀ ਮੂਰਖ ਹੈ ਤੇ ਉਸ ਦੀ ਗੱਲ ਕਰਨੀ ਹੈ। ਮਨਮੁਖ ਦੀ ਮੂਰਖ ਦੀ ਗੱਲ ਹੈ ਤੇ ਮਨਮੁਖ ਦੀ ਗੱਲ ਹੋ ਰਹੀ ਹੈ। ਜਿਵੇਂ ਰੁੱਖਾਂ ਵਿੱਚੋਂ ਖੋਟਾ ਰੁੱਖ ਅਰਿੰਡ ਹੈ, ਰਿੰਡ ਜੋ ਫਜ਼ੂਲ ਹੀ ਆਪਣੇ ਆਪ ਨੂੰ ਜਨਾਉਂਦਾ। ਪਿੱਦਾ ਜਿਉਂ ਪਖੇਰੂਆਂ ਬਹਿ ਬਹਿ ਡਾਲੀ ਬਹੁਤ ਵਿਛਾਏ। ਪਿੱਦਾ ਉਹ ਨਿੱਕੀ ਚਿੜੀ ਵਰਗਾ ਹੁੰਦਾ, ਇੱਕ ਪੰਛੀ ਹੈ। ਪੰਛੀ ਜਿਵੇਂ ਪੰਛੀਆਂ ਵਿੱਚੋਂ ਪਿੱਦਾ ਟਾਹਣੀਆਂ ਤੇ ਬਹਿ ਬਹਿ ਕੇ ਆਪਣਾ ਆਪ ਤਖਾਉਂਦਾ। ਤੋ ਭੇਡ ਭਵਿੰਗਾ ਮੂੰਹ ਕਰੇ, ਤਰਪਾਣੇ ਦੇ ਚਾਰ ਵਿਲਾਏ। ਤੋ ਭੇਡ ਬੜੀ ਆਕੜ ਨਾਲ ਅੱਖ ਮੂੰਹ ਵਿੰਗਾ ਕਰਕੇ ਚਲਦੀ ਹੈ, ਭੈ ਭੈ ਕਰਦੀ ਹੈ। ਤੇ 4 ਦਿਨਾਂ ਦੀ ਜਵਾਨੀ ਤੇ ਬਿਤਾਉਂਦੀ ਹੈ, ਮਾਰੀ ਜਾਂਦੀ। ਮੂੰਹ ਅੱਖੀ ਨੱਕ ਕੰਨ ਜਿਉਂ ਇੰਦਰੀਆਂ ਵਿੱਚ ਗਾਂਡ ਸਦਾਏ। ਤੇ ਜਿਵੇਂ ਮੂੰਹ ਅੱਖਾਂ ਨੱਕ ਕੰਨ ਆਦਿਕ ਗਿਆਨ ਇੰਦਰੀਆਂ ਨਾ, ਗਿਆਨ ਇੰਦਰੀਆਂ ਆਪਾਂ ਕਹਿੰਦੇ 9 ਗਿਆਨ ਇੰਦਰੀਆਂ, ਹਾਂ, ਤੇ ਵਿੱਚੋਂ ਗਾਂਡ ਵੀ ਗਿਆਨ ਇੰਦਰਾ ਹੀ ਘੁਮਾਉਂਦੀ ਹੈ। ਦੇਖਾ ਕਿੱਡੀ ਸਖਤ ਗੱਲ ਗਈ। ਮੀਆਂ ਘਰੋਂ ਨਿਕਾਲੀਏ, ਤਰਕਸ ਦਰਵਾਜ਼ੇ ਟੰਗਾਏ। ਜਿਵੇਂ ਸਿਪਾਹੀ ਨੂੰ ਘਰੋਂ ਕੱਢ ਦਈਏ, ਸਿਪਾਹੀ ਨੂੰ, ਤੇ ਹਥਿਆਰ ਬੂਹੇ ਤੇ ਟੰਗ ਦਈਏ, ਤਾਂ ਉਸਦਾ ਕੋਈ ਲਾਭ ਹੋਏਗਾ? ਨਹੀਂ। ਮੂਰਖ ਅੰਦਰ ਮਾਨਸਾ ਵਿਨ ਗੁਣ ਗਰਭ ਕਰੇ ਅਖਾਏ। ਇਸੇ ਤਰ੍ਹਾਂ ਮਨੁੱਖਾਂ ਵਿੱਚ ਬੈਠਾ ਮੂਰਖ ਹੰਕਾਰ ਕਰਕੇ ਐਵੇਂ ਹੀ ਆਪਣੇ ਆਪ ਨੂੰ ਵੱਡਾ ਆਖਦਾ ਹੈ। ਮਜਲਿਸ ਬੈਠਾ ਆਖ ਲਕਾਏ। ਤੋ ਭਾਈ ਗੁਣਾ ਤੋਂ ਹੀਣਾ ਮਨਮੁਖ ਸਭਾ ਵਿੱਚ ਬੈਠਾ ਆਪਣਾ ਆਪ ਚਤਾਉਂਦਾ ਹੈ। ਮੂਰਖ ਦੇ ਲੱਛਣ। ਮੂਰਖ ਤੇ ਇਸਨੂੰ ਆਖੀਏ ਬੋਲ ਨਾ ਸਮਝੇ, ਬੋਲ ਨਾ ਜਾਣੇ। ਮੂਰਖ ਕਿਸ ਨੂੰ ਕਹੀਦਾ ਭਾਈ? ਓਏ ਮੂਰਖ ਉਸ ਨੂੰ ਕਿਹਾ ਜਾਂਦਾ ਹੈ ਜੋ ਨਾ ਠੀਕ ਬੋਲ ਨੂੰ ਸਮਝਦਾ ਤੇ ਨਾ ਹੀ ਠੀਕ ਤਰ੍ਹਾਂ ਬੋਲਣਾ ਜਾਣਦਾ। ਨਾ ਤਾਂ ਠੀਕ ਤਰ੍ਹਾਂ ਗੱਲ ਸਮਝਦਾ ਤੇ ਨਾ ਠੀਕ ਤਰ੍ਹਾਂ ਬੋਲਣਾ ਜਾਣਦਾ। ਹੋਰੇ ਕਿਉਂ ਕਰ ਪੁੱਛੀਏ, ਹੋਰੇ ਕਿਉਂ ਕਰ ਆਖ ਵਖਾਣੇ।
ਉਹ ਨਹੀਂ ਜਾਣਦੇ ਕਿ ਹੋਰਨਾਂ ਨੂੰ ਕਿੱਕਰ ਪੁੱਛੀਦਾ ਤੇ ਹੋਰਨਾਂ ਨੂੰ ਕਿੱਕਰ ਆਖ ਕੇ ਵਿਖਿਆਨ ਕਰੀਦਾ। ਤੇ ਸਿੱਖ ਦੇ ਸਮਝਾਈਏ ਅਰਥ ਅਨਰਥ ਮਨੇ ਵਿੱਚ ਆਣ। ਤੇ ਮੂਰਖ ਨੂੰ ਜੋ ਸਿੱਖਿਆ ਦੇ ਕੇ ਕੁਝ ਸਮਝਾਓ ਤਾਂ ਉਹ ਆਪਣੇ ਮਨ ਵਿੱਚ ਅਰਥ ਸਿੱਧੀ ਗੱਲ ਨੂੰ ਅਨਰਥ ਪੁੱਠੀ ਕਰਕੇ ਸਮਝਦਾ। ਤੋ ਵੱਡਾ ਸਮਝ ਨਾ ਸਮਝੀ ਤੋ ਸੁਰਤ ਵਿਹੂਣਾ ਹੋਏ ਹੈਰਾਨੇ। ਕਿ ਉਹ ਵੱਡਾ ਬੇਸਮਝ ਹੁੰਦਾ, ਕਿਸੇ ਗੱਲ ਨੂੰ ਸਮਝਦਾ ਹੀ ਨਹੀਂ, ਉਹ ਸੁਰਤ ਵਿਹੂਣਾ ਹੈਰਾਨ ਹੋਇਆ ਰਹਿੰਦਾ। ਸੋ ਗੁਰਮਤ ਚਿਤ ਨਾ ਆਣੀ ਦੁਰਮਤ ਮਿੱਤ ਸਤ ਪਰਮਾਨੀ। ਤੇ ਉਸਦੇ ਮਨ ਵਿੱਚ ਗੁਰੂ ਦੀ ਸਿੱਖਿਆ ਨਹੀਂ ਵਸਦੀ। ਉਹ ਖੋਟੀ ਬੁੱਧੀ ਕਰਕੇ ਵੈਰੀ ਤੇ ਮਿੱਤਰ ਨੂੰ ਇੱਕੋ ਜਿਹਾ ਕਰਕੇ ਜਾਂਦਾ। ਤੋ ਅਗਨੀ ਸੱਪੋਂ ਵਰਜੀਏ ਗੁਣ ਵਿੱਚ ਔਗਣ ਕਰੇ ਧਿੰਗਾਣੇ। ਜੇ ਉਸ ਨੂੰ ਅੱਗ ਜਾਂ ਸੱਪ ਵੱਲੋਂ ਰੋਕੀਏ ਤਾਂ ਉਹ ਗੁਣ ਨੂੰ ਔਗਣ ਜਾਣ ਕੇ ਜ਼ਬਰਦਸਤੀ ਕਰਦਾ। ਮੁੱਤੀ ਰੋਵੇ ਮਾਂ ਨਾ ਸਿਆਣੇ। ਤੇ ਜਿਵੇਂ ਮਾਂ ਪੁੱਤਰ ਨੂੰ ਚੁੱਕ ਕੇ ਪਿਸ਼ਾਬ ਕਰਾਉਂਦੀ ਹੈ, ਮੁੱਤੇ ਰੋਵੇ ਕਰਾਉਂਦੀ ਹੈ, ਤੇ ਕਿ ਇਹ ਗਿੱਲੇ ਬਿਸਤਰੇ ਕਰਕੇ ਔਖਾ ਨਾ ਹੋਵੇ, ਉਹ ਬਾਲ ਰੋਂਦਾ ਕਿ ਮਾਂ ਦਾ ਪਰਉਪਕਾਰ ਨਹੀਂ ਪਛਾਣਦਾ ਕਿ ਮਾਂ ਮੇਰਾ ਭਲਾ ਸੋਚ ਰਹੀ ਹੈ। ਉਹ ਰੋਂਦਾ ਮੁੱਤੇ ਰੋਵੇ ਮਾਂ ਨਾ ਸਿਆਣੇ। ਪੌੜੀ ਪੰਜਵੀਂ। ਮੂਰਖ ਏਦਾਂ ਦੇ ਹੁੰਦੇ ਆ, ਮੂਰਖ ਦੀ ਪਛਾਣ। ਰਾਹ ਛੱਡ ਉੱਜੜ ਪਵੇ ਆਗੂ ਨੂੰ ਭੁੱਲਾ ਕਰ ਜਾਣੇ। ਸੋ ਮੂਰਖ ਸਹੀ ਰਸਤੇ ਨੂੰ ਛੱਡ ਕੇ ਕੁਰਾਏ ਪੈਂਦਾ, ਠੀਕ ਰਸਤਾ ਦੱਸਣ ਵਾਲੇ ਨੂੰ ਭੁੱਲਾ ਸਮਝਦਾ। ਸਿਮਰਨ ਦਾ ਰਸਤਾ ਛੱਡ ਕੇ ਵਿਕਾਰਾਂ ਵਿੱਚ ਚਲਾ ਜਾਂਦਾ। ਜੇ ਉਹਨੂੰ ਕਹੀਏ ਨਹੀਂ ਤੇ ਉਹ ਸਾਨੂੰ ਗਲਤ ਸਮਝਦਾ। ਹਾਂ ਦੇਖੋ ਨਾ, ਇਹੋ ਹੀ ਗੱਲ ਹੁਣ ਆ ਗਈ। ਉਹ ਮੈਂ ਕਹਿੰਦਾ ਓਏ ਤੁਸੀਂ ਬਚ ਜਾਓ, ਤੁਸੀਂ ਮੇਰੇ ਤੇ ਕਹਿੰਦੇ ਭਾਈ ਬੜਾ ਗਰਮ ਬੋਲਦਾ, ਉਹ ਤੁਸੀਂ ਕੁਰਾਏ ਪਏ ਹੋਏ ਹੋ। ਹਾਂ ਸਿਮਰਨ ਦਾ ਰਾਹ ਛੱਡ ਕੇ ਉਲਟੇ ਰਸਤੇ ਪਏ ਹੋ। ਮੈਂ ਤੁਹਾਨੂੰ ਕਹਿੰਦਾ ਨਾ ਨਾ ਨਾ, ਤੁਸੀਂ ਤਾਂ ਬਸ ਮੂਰਖ ਸਹੀ ਰਸਤੇ ਨੂੰ ਛੱਡ ਕੇ ਕੁਰਾਏ ਪੈਂਦਾ, ਸਿਮਰਨ ਦਾ ਰਸਤਾ ਛੱਡੀ ਬੈਠਾ, ਵਿਕਾਰਾਂ ਵਿੱਚ ਪਿਆ ਹੋਇਆ, ਤੇ ਠੀਕ ਰਸਤਾ ਦੱਸਣ ਵਾਲੇ ਨੂੰ ਭੁੱਲਾ ਸਮਝਦਾ। ਬੇੜੇ ਵਿੱਚ ਬਹਾਲੀ ਹੈ ਕੁਦ ਪਵੇ ਫਿਰ ਵਹਿਣ ਧਿਆਣੇ। ਜੇ ਮੂਰਖ ਨੂੰ ਬੇੜੇ ਵਿੱਚ ਬਿਠਾ ਦਈਏ ਤੇ ਉਹ ਬਦੋ ਬਦੀ ਦਰਿਆ ਦੇ ਵਹਿਣ ਵਿੱਚ ਛਾਲ ਮਾਰ ਦਿੰਦਾ। ਮੂਰਖ ਹੈ ਨਾ, ਮੂਰਖ ਹੈ। ਤੇ ਸੁਗੜਾ ਵਿੱਚ ਬੈਠੇ ਆ ਬੋਲ ਵਿਗਾੜ ਉਘਾੜ ਵਖਾਣੇ। ਤੇ ਸਿਆਣੇ ਪੁਰਸ਼ਾਂ ਵਿੱਚ ਬੈਠਾ ਮੂਰਖ ਆਪਣੇ ਖੋਟੇ ਬਚਨਾ ਕਰਕੇ ਆਪਣੇ ਆਪ ਨੂੰ ਪ੍ਰਗਟ ਕਰ ਦਿੰਦਾ। ਸੁਗੜਾ ਮੂਰਖ ਜਾਣਦਾ ਆਪ ਸੁਗੜ ਹੋਏ ਵਿਰਤੀ ਹਾਣੇ। ਤੇ ਸਿਆਣਿਆਂ ਨੂੰ ਮੂਰਖ ਕਰਕੇ ਜਾਣਦਾ ਤੇ ਆਪ ਸਿਆਣਾ ਬਣ ਕੇ ਹੀਨਤਾ ਵਾਲੇ ਕੰਮ ਕਰ ਦਿੰਦਾ। ਦਿਨ ਨੂੰ ਰਾਤ ਵਖਾਣ ਦਾ ਚਾਮ ਚੜਕ ਜਿਵੇਂ ਟਣਾਣੀ। ਉਹ ਦਿਨ ਨੂੰ ਰਾਤ ਆਖਦਾ, ਜਿਵੇਂ ਚਾਮ ਚੜਕ ਤੇ ਟਹਿਣਾ ਦੋਵੇਂ ਦਿਨੇ ਅੰਨੇ ਹੋ ਜਾਂਦੇ ਹਨ। ਰਾਤ ਨੂੰ ਹੀ ਦਿਨ ਜਾਣਦੇ ਹਨ, ਰਾਤ ਨੂੰ ਦਿਨ ਜਾਣਦੇ ਹਨ। ਦੇਖਿਆ, ਚਾਮ ਚੜਕ ਤੇ ਟਹਿਣਾ ਦਿਨੇ ਅੰਨੇ ਹੋ ਜਾਂਦੇ। ਇਸੇ ਤਰ੍ਹਾਂ ਹੀ ਹੈ। ਸੋ ਗੁਰਮਤ ਮੂਰਖ ਚਿੱਤ ਨੇ ਆਣੇ। ਮੂਰਖ ਗੁਰੂ ਦੀ ਮੱਤ ਬਾਣੀ ਦੀ ਵਿਚਾਰ ਨੂੰ ਆਪਣੇ ਮਨ ਚ ਨਹੀਂ ਬਿਠਾਉਂਦਾ। ਪੌੜੀ 16ਵੀਂ। ਮੂਰਖ ਮਨਮੁਖ ਪਸ਼ੂ ਵਰਗਾ ਹੁੰਦਾ। ਦੇਖੋ ਕਿੰਨੀਆਂ ਐਗਜ਼ਾਮਪਲਾਂ ਦਿੱਤੀਆਂ ਮਨਮੁਖ ਦੀਆਂ, ਕਿੰਨੀਆਂ ਐਗਜ਼ਾਮਪਲਾਂ ਦਿੱਤੀਆਂ। ਵੈਦ ਚੰਗੇਰੀ ਉਠਨੀ ਲੈ ਸਿਲਵੱਟਾ ਕਚਰਾ ਭੰਨੀ। ਇਹ ਐਗਜ਼ਾਮਪਲ ਆਪਾਂ ਨੂੰ ਸਾਰਿਆਂ ਨੂੰ ਕਹਾਣੀ ਆਉਂਦੀ ਹੈ। ਇੱਕ ਵੈਦ ਚੰਗੀ ਉਠਨੀ, ਕਿਸੇ ਦੇ ਸੰਗ ਵਿੱਚ ਉਹ ਕਚਰਾ ਫਸ ਗਿਆ ਅਧਵਾਣੇ ਦਾ, ਤੋ ਸਿਲ ਤੇ ਗਰਦਨ ਰੱਖ ਨਾ, ਸਿਲ ਤੇ ਗਰਦਨ ਮਾਰ ਕੇ ਵੱਟੇ ਨਾਲ ਕਚਰਾ ਭੰਨ ਕੇ ਰਾਜੀ ਕਰ ਦਿੱਤੀ। ਇੱਥੇ ਫਸ ਗਿਆ ਜੋ ਮਾਰਿਆ ਜ਼ੋਰ ਦੀ ਵੱਟਾ, ਹੁਣ ਊਠਣੀ ਨੂੰ ਫਰਕ ਨਹੀਂ ਪਿਆ, ਅੰਦਰ ਉਹ ਅਧਵਾਣੇ ਦਾ ਸੀ, ਛਿੱਲਾ ਟੁੱਟ ਗਿਆ, ਉਹ ਹਜਮ ਹੋ ਗਿਆ ਅੰਦਰ, ਚਲੋ ਠੀਕ ਹੋ ਗਈ। ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਮਨ ਤਰੰਨਾ। ਸੋ ਸੇਵਕ ਪਾਸ ਰਹਿੰਦਾ ਸੀ, ਉਸਨੇ ਵੈਦਗੀ ਸਿੱਖ ਲਈ ਇਹ ਢੰਗ ਦੇਖ ਕੇ। ਤੇ ਇੱਕ ਬੁੱਢੀ ਜਿਸ ਦੇ ਗਲ ਵਿੱਚ ਗਿਲਟੀ ਸੀ, ਉਹ ਉਸੇ ਉਪਾਅ ਨਾਲ ਸਿਲ ਤੇ ਗਰਦਨ ਰੱਖ ਕੇ ਤੇ ਉੱਤੋਂ ਵੱਟਾ ਮਾਰਿਆ, ਉਹ ਬੁੱਢੀ ਮਰ ਗਈ। ਇਸਤਰੀਆਂ ਰੋਣ ਲੱਗ ਪਈਆਂ। ਸੋ ਪਰਤ ਚਲਾਣੇ ਰਾਵਲੇ ਪਾਉਂਦੀ ਉਗੜ ਗਏ ਸੋ ਕੰਨਾ। ਤੇ ਉਸ ਨੂੰ ਫੜ ਕੇ ਰਾਜੇ ਕੋਲ ਲੈ ਗਏ। ਪਕੜ ਚਲਾਇਆ ਰਾਵਲੇ, ਉਹਨੂੰ ਫੜ ਕੇ ਰਾਜੇ ਕੋਲ ਲੈ ਗਏ। ਠੀਕ ਹੈ, ਜਦੋਂ ਉਸ ਨੂੰ ਜੁੱਤੀਆਂ ਪਈਆਂ ਤੇ ਉਸਦੇ ਕੰਨ ਖੁੱਲੇ। ਜਾਂ ਪਾਉਂਦੀ ਹੁੰਦੀ ਜੁੱਤੀਆਂ, ਪਾਉਂਦੇ ਉਗੜ ਗਏ ਸੋ ਕੰਨਾ।
सो पुछे आख वखाणियन उगड़ गया पाज पर छन्न। जदों उसने सारी हकीकत पूछी गई तो उसने सब कुछ सचो सच दस दिता ते उसका लुकिया होया पाज सारा ही प्रगट हो गया। जिस करके उसका लुकिया सारा ही पाज प्रगट हो गया। ये तो बेवकूफ बंदा कहना मैं वो वैद नूं देखिया सी, उन्हें थले पत्थर रख के उत्ते थोड़ा जिहा मारिया सी, वो ऊठ ठीक हो गया। मैं क्या बुढ़ी ठीक हो जाएगी, मैं भी पत्थर रख के उत्ते पत्थर मारिया, बुढ़ी मर गई। पारखुआ चुन कढ़िया ज्यों कच कड़ा ना रले रतन। पारखुआ ने उसनूं चुन के बाहर कढ़ दिता ते इसदी कोई दवाई ना करे। ये रतना विच कच छल्ले वांग रलन वाला नहीं वे, कच दे छल्ले वांग रलन वाला नहीं है। मूर्ख अकली बाहरा वासों मूल न होवी गन्ना। वो मूर्ख अकलों तो बाहर वास तो गन्ना बिल्कुल नहीं हो सकता। मूल न होवी तो मानस देही पशु उपन्ना। तो मूर्ख मनमुख दा शरीर तो भावें मनुख दा ही है पर असल विच वो हुंदा पशु ही है, पशु वर्गा। आदतां सारियां पशु वर्गियां। तां कहंदे गुरु साहब कहंदे संग ना करी, वो संग ना करी। पौड़ी 17। मूर्ख कुरता है। दसो एक गल होवे तो कहिए मूर्ख जी। महादेव दी सेव कर वर पाया साहे दे पुत्ते। महादेव शिव जी तो शिव जी दे दी सेवा करके शाहूकार दे पुत्र ने घर विच बहुत धन होण दा वर प्राप्त कीता। महादेव दी सेव कर वर पाया साहे दे पुत्ते, वर पा लिया। अच्छा अगे जी। दरब स्वरूप सरेवड़े आए बड़े घर अंदर उत्ते। दरब स्वरूप सरेवड़े तो फिर उत्थे की हो गया जी। दरब हुंदा धन, तो उसके घर विच धन सरेवड़े का रूप धारण करके आ गया। धन तो ज्यों हथियारी मारियन त्यों त्यों दरब होए हड़ हुत्ते। शिव दे बचन अनुसार ज्यों ज्यों सरेवड़े हथियारा नाल कट्टे जाते त्यों त्यों ही धन दे ढेर लगे जाते सन। तो बुत्ती करदे डिठियों न नाई चैन ना बैठे सुते। सो बुतियां करदे एक नाई ने भी ये दृश्य देख लिया तो उसनू बैठिया उठिया चैन ही नहीं आउंदा सी। मारे आन सरेवड़े तो सुन दीवान मसान अछुते। तो उसने घर आके सरेवड़े नू मारिया। तो ये गल राज दरबार विच पहुंच गई कि नाई ने निर्दोष सरेवड़े नू मार दिता है। मत्थे वाल पछाड़िया वाल छडाएन किस दे बुत्ते। ते उस दे नाई उस नाई नू सिर दे वालों तो फड़ के धरती ते पटका पटका के मार दिता। मूर्ख बीजे बीओ कुरते। तो मूर्ख लोग कुरता बीज बीजदे आ, कुरत्ता बीज जिहड़ा रुत विच नहीं हुंदा। वो मनमुख बिना सोचे समझे वेखा वेखी खोटे काम करते रहंदे हन ते दुख पाउंदे हन। पौड़ी 18। मूर्ख ते पंडित विच ज्ञान दी विशेषता है। देखो मूर्ख ते पंडित विच ज्ञान। गोश्त गांगे तेलिए पंडित नाल होवे जग देखे। तो राजा भोज दे नगर उज्जैन विच एक काना गंगू तेली रहिंदा सी। उस गंगू दी गोश्त चर्चा एक पंडित नाल हो गई जिस नूं वेखण लई बहुत सारे लोग इकट्ठे हो गए। तो खड़ी करे एक उंगली गंगा दोई विखाले रेखे। सो पंडित ने एक उंगली खड़ी करके जनाया कि इको ही निर्गुण स्वरूप ब्रह्म है, वाहिगुरु है। गंगे ने समझा कि पंडित कहता है कि मैं तेरी अख कर देंगा। तो उसने पंडित नूं 2 उंगलियां दिखाइया, मैं तेरिया दोवें अखां कर देंगा। सो पंडित ने समझा कि इसका भाव है कि यह है कि ब्रह्म दे 2 स्वरूप हैं, निर्गुण भी है सरगुण भी है। पंडित बड़ा हैरान हो गया, तो बहुत सियाणे है। तो फिर उचाए पंजांगुला 5 उंगला गंगा मुठ हलाए अलेख है।
फिर पंडित ने पंजा उंगलियां खड़ियां करके ये जनाया कि पंजा तत्तां दे पसारे करके दो रूप भासते हैं। तो वास्तव विच ब्रह्म एक है, पर गांगे ने समझिया पंडित कहंदा कि असी 5 जने रल के तेनू मारांगे, इसलिए गांगे ने मुठ वट के दिखाई कि तुसी मेरी एक मुट्ठी दी मारो, बड़ा मुठ दिखाई। तो पंडित ने समझिया कि वो 5 एक रूप इकट्ठे हुए हैं, तां करके उसके रूप जेकर अड्डो अड ही रहन तो उसकी गिनती विच नहीं आ सकते, इकट्ठे आ। सो पैरी पै उठ चलिया पंडित हार भुलावे भेखे। सो भेख दे भुलेखे विच पैरी पै के पंडित हार के उठ गया। तो निर्गुण सरगुण अंग दोए परमेश्वर 5 मिलन सारेखे। तो इस तुक तो पंडित ने की समझिया, निर्गुण सरगुण 2 पक्ष हन ते 5 तत्तां दे सर कीतियां परमेश्वर मिलदा है। सो अखी दोवें भनसा मुक्की लाए हलाए निमेखे। तो गंगा ये कहंदा सी कि दोवें अखां भन दियांगा 1 सेकंड च मुक्की मार के। देखिया जे किद्दां गल बनी, हिला दियांगा हरा दियांगा हलाए निमेखे 1 मिनट च। मूर्ख पंडित सुरत वसेखे। सो मूर्ख ते पंडित मनमुख ते गुरमुख विच समझण दी विशेषता है। भाव समझ ना करके मूर्ख दे गल दा भाव समझ लैन नाल पंडित सियाणा गुरमुख जानिया जांदा। देखिया जी गल नूं समझना है भाई। पौड़ी 19वीं, मूर्ख मनमुखां दी संगत विच कामा रौली। मनमुखां दी संगत कहंदा ठंडे खूहों नहाए कै पग विसार आया सिर नंगे। यह बड़ा एक गल समझण दी है। पहली गल यह है की होया, कहंदा एक बजुर्ग खूह ते ठंडे पानी नाल नहा के पग भुल गया ते नंगे सिर घर नूं आ गया। आ रहा सी नंगे सिर घर नूं आ गया। तो घर विच रन्ना कमलियां तुसी लीती देख कुटंगे। तुसी मत्थे ते हथ मारना पिटना। तो ओदे आ रहा सी घर विच कमलियां रन्ना ने नंगे सिर आउंदा देख के, मतलब नंगा सिर अगे किड्डा बदशगन सी कहण तो भाव। सो कुटंगे बाबे दा नंगा सिर देख के मत्थे ते हाथ मार के पिटन लगियां। क्यों? जो कोई मर गया, बाबा नंगे सिर आ रहा है, बाबे दी पग लथी हुई है। तो रन्ना देख पिटदियां ढाहां मारे हुए नसंगे। तो औरतां नूं स्यापा करदे देख के घर दे सारे लोग निसंग हो के ढाहां मारन रोन लग पे। तो लोग स्यापे आया रन्ना पुरुष जुड़े लै पंगे। तो बाहर रौला सुन के लोकी स्यापा करन पिंड वाले सारे इकट्ठे हो गए। आउण आ गए औरतां ते पुरुषां दियां पंगतां लग गईयां। तो नायन पुछदी पिटदियां किस दे नाए अलाणी अंगे। अगे नैना की हुंदी है, नायन आ जांदी सी, ओ छाती पिटदी सी ते ना लैके पिटदी सी जेड़ा मर गया। हुण नैन आ गई आ ते नैन पुछदी आ, नैन रोण वालियां नूं पुछदी है कि वेड़े विच किस दा नां लैके स्यापा करना, औरत है कि मर्द है, किदा नां लेना। सोहरे पुछे जाए कै कौन मुआ नूं उत्तर मंगे। नूह ने कहा सोहरे नूं जाके पुछो कौन मर गया है। नूह पुछदी है मरिया कोई भी नहीं सी, सोहरा पग भुल गया सी। तो कामा रोला मूर्ख संगे। तो मूर्खां दी संगत विच कामा रौली। जिवें कां एक कां दी आवाज़ सुन के हज़ारां कां 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 करन लग पैंदे हन, बिन समझे पिटदे हन, स्यापा करदे हन। तो सुख दी गल तां कोई नहीं करदे। 20वीं पौड़ी, मूर्ख मनमुख नाल चुप रहना ही चंगा है। जे मूर्ख समझाइए समझे ना ही छाव ना धुप्पा। भाई जे मूर्ख मनमुख नूं समझाइए ते अपनी मूर्खता करके भले बुरे नूं नहीं समझदा। अखी परख न जाने पित्तल सोना कहहा रूपा। वो अपनी अखां नाल पित्तल सोने कह ते चांदी दी परख करनी नहीं जानदा। साव न जाने तेल घे धरिया कोल घड़ोला कुप्पा। कुप्पा उहदा साऊ, उन्हें पता ही नहीं घ्यो दा कुप्पा तेल दा।
ਸੋ ਉਹ ਤੇਲ ਤੇ ਘਿਓ ਦਾ ਸਵਾਦ ਹੀ ਨਹੀਂ ਜਾਣਦਾ, ਭਾਵੇਂ ਘਿਓ ਦਾ ਘੜਾ ਹੈ ਤੇ ਭਾਵੇਂ ਤੇਲ ਦਾ ਕੁੱਪ ਹੈ, ਉਸਦੇ ਕੋਲ ਹੀ ਪਿਆ ਹੋਵੇ। ਸੋ ਸੁਰਤ ਵਿਹੂਣਾ ਰਾਤ ਦੇ ਚਾਨਣ ਤੁਲ ਹਨੇਰਾ ਕੁੱਪਾ। ਤੋ ਵਾਹਿਗੁਰੂ ਵਿੱਚ ਧਿਆਨ ਲਾਉਣ ਤੋਂ ਬਗੈਰ, ਦਿਨ ਰਾਤ ਸਿਮਰਨ ਤੋਂ ਬਗੈਰ ਗੁਜ਼ਾਰਦਾ ਹੈ, ਉਹ ਚਾਨਣ ਤੇ ਘੁੱਪ ਹਨੇਰੇ ਦੇ ਬਰਾਬਰ ਹੀ ਜਾਣਦਾ। ਉਹਨੂੰ ਪਤਾ ਹੀ ਨਹੀਂ ਚਾਨਣ ਤੇ ਹਨੇਰਾ ਕੀ ਹੈ। ਤੋ ਵਾਸ ਕਥੂਰੀ ਥੋਮ ਦੀ ਮੇਰ ਕੁੱਲੀ ਆਧੂੜੀ ਰੂਪਾ। ਉਸ ਲਈ ਕਸਤੂਰੀ ਤੇ ਥੋਮ ਦੀ ਵਾਸ਼ਨਾ ਇੱਕੋ ਜਿਹੀ ਹੈ। ਮਖਮਲ ਤੇ ਚੰਮ ਨੂੰ ਤੋਪਾ ਲਾਉਣਾ ਇੱਕੋ ਹੀ ਗੱਲ ਸਮਝਦਾ। ਮਖਮਲ ਤੇ ਚੰਮ ਨੂੰ ਤੋਪਾ ਲਾਉਣਾ ਇੱਕੋ ਜਿਹਾ ਹੀ ਸਮਝਦਾ। ਭਾਈ ਓਏ ਵੈਰੀ ਮਿੱਤ ਨਾ ਸਮਝੀ ਰੰਗ ਸੁਰੰਗ ਕੁਰੰਗ ਅਛੁੱਪਾ। ਉਹ ਵੈਰੀ ਤੇ ਮਿੱਤਰ ਨੂੰ ਇੱਕੋ ਜਿਹਾ ਹੀ ਸਮਝਦੇ ਨੇ। ਤੋ ਚੰਗੇ ਰੰਗ ਮਾੜੇ ਰੰਗ ਨੂੰ ਵੀ ਨਹੀਂ ਸਮਝਦਾ, ਭਾਵ ਉਸ ਨੂੰ ਕੋਈ ਸੋਝੀ ਨਹੀਂ। ਮੂਰਖ ਨਾਲ ਚੰਗੇਰੀ ਚੁੱਪਾ। ਤੋ ਇਹੋ ਜਿਹੇ ਮੂਰਖ ਨਾਲ ਗੱਲ ਕਰਨ ਨਾਲੋਂ ਚੁੱਪ ਰਹਿਣਾ ਚੰਗਾ, ਚੁੱਪ ਰਹਿਣਾ ਚੰਗਾ ਭਾਈ, ਚੁੱਪ ਰਹਿਣਾ ਚੰਗਾ। ਵਾਰ 33ਵੀਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਨਮੁਖ ਹਨੇਰੇ ਦਾ ਰੂਪ ਹੁੰਦਾ। ਦੇਖਿਆ ਮਨਮੁਖ ਬਾਰੇ ਕਿੰਨੀਆਂ 2 ਵਾਰਾਂ ਮਨਮੁਖ ਦੀਆਂ ਹੀ ਲਿਖਤੀਆਂ, 20 ਪੌੜੀਆਂ, ਇੱਕ ਵਿੱਚ 20 ਪੌੜੀਆਂ ਮਨਮੁਖ ਬਾਰੇ ਲਿਖੀ ਜਾਂਦੇ। ਇੰਨਾ ਲਿਖਿਆ ਤਾਂ ਕਿ ਗੁਰਮੁਖਾ ਮਨਮੁਖ ਦਾ ਸਾਥ ਨਾ ਕਰੀ, ਬੇਅਮਰਤੀਏ ਦਾ ਸਾਥ ਨਾ ਕਰੀ। ਗੁਰਮੁਖ ਮਨਮੁਖ ਜਾਣੀਏ, ਸਾਧ ਅਸਾਧ ਜਗਤ ਵਰਤਾਰਾ। ਉਹ ਸੰਸਾਰ ਵਿੱਚ ਭਲੇ ਤੇ ਬੁਰੇ ਵਰਤਾਓ ਤੋਂ ਹੀ ਗੁਰਮੁਖ ਤੇ ਮਨਮੁਖ ਜਾਣੇ ਜਾਂਦੇ ਹਨ। ਦੋਹਾਂ ਵਿੱਚ ਦੁਖੀ ਦੁਬਾਜਰੇ, ਦੋ ਤਰਫੀਏ ਦੁਬਾਜਰੇ। ਤੋ ਖੜਬੜ ਹੋਏ ਖੁਦੀ ਖੁਆਰਾ, ਖੜਬੜ ਘਬਰਾਹਟ ਖੁਦੀ ਖੁਆਰਾ। ਤੋ ਇਹਨਾਂ ਦੋਵਾਂ ਵਿੱਚ ਦੋ ਤਰਫੀਏ ਪੁਰਸ਼, ਕਦੀ ਮਾਇਆ ਤੇ ਕਦੀ ਰੱਬ ਵੱਲ, ਖੁਦੀ ਤੇ ਖੁਆਰ ਕੀਤੇ ਘਬਰਾਹਟ ਵਿੱਚ ਹੀ ਦੁਖੀ ਰਹਿੰਦੇ ਹਨ। ਦੋਹੀ ਸਰਾਈ ਜਰਜਰੂ ਜਰਜਰੂ ਜਰਦਰੂ। ਤੋ ਦਗੇ ਚੁਰਾਹੇ ਚੋਰ ਚੁਰਾਹ, ਚੋਰ ਚੁਗਾਰਾ। ਕਹਿੰਦਾ ਇਹਨਾਂ ਮਨੁੱਖਾਂ ਦੇ ਦੋਵਾਂ ਲੋਕਾਂ ਵਿੱਚ ਮੂੰਹ ਪੀਲੇ ਰਹਿੰਦੇ ਹਨ, ਭਾਵ ਸ਼ਰਮਿੰਦੇ ਰਹਿੰਦੇ ਹਨ। ਕਿਉਂ ਕਿ ਦੋਵਾਂ ਰਸਤਿਆਂ ਵਿੱਚ ਚੋਰ ਠੱਗ ਆ ਦਗਾ ਹੀ ਦਿੰਦੇ ਹਨ। ਭਾਈ ਨਾ ਰੁਵਾਰ ਨਾ ਪਾਰ ਹੈ, ਗੋਤੇ ਖਾਨ ਭਰਮ ਸਿਰ ਭਾਰਾ। ਉਹ ਮਨੁੱਖ ਨਾ ਉਰਲੇ ਪਾਸੇ ਲੱਗਦੇ ਆ ਨਾ ਪਰਲੇ ਪਾਸੇ, ਮਰ ਗਏ ਧਰਤੀ ਤੋਂ ਖਤਮ ਹੋ ਗਏ, ਅੱਗੇ ਸੱਚਖੰਡ ਨਹੀਂ ਗਏ। ਉਹ ਭਟਕਣਾ ਵਿੱਚ ਹੀ ਰਹੇ, ਸਿਰ ਤੇ ਵਿਕਾਰਾਂ ਦਾ ਭਾਰ ਚੁੱਕੀ ਨਰਕਾਂ ਵਿੱਚ ਗੋਤੇ ਖਾਂਦੇ ਹਨ। ਹਿੰਦੂ ਮੁਸਲਮਾਨ ਵਿੱਚ ਗੁਰਮੁਖ ਮਨਮੁਖ ਵਿੱਚ ਗੁਬਾਰਾ। ਹਿੰਦੂ ਮੁਸਲਮਾਨਾਂ ਵਿੱਚ ਗੁਰਮੁਖ ਤਾਂ ਮੁਕਤ ਹੋ ਗਏ ਤੇ ਮਨਮੁਖ ਹਨੇਰੇ ਵਿੱਚ ਹੀ ਰਹਿ ਗਏ। ਜੰਮਨ ਮਰਨ ਸਦਾ ਸਿਰ ਭਾਰਾ। ਤੋ ਮਨਮੁਖਾਂ ਦੇ ਸਿਰ ਤੇ ਜੰਮਨ ਮਰਨ ਦੀ ਮਾਰ ਸਦਾ ਪਈ ਰਹਿੰਦੀ ਹੈ। ਅੰਮ੍ਰਿਤਧਾਰੀ ਮੁਕਤ ਹੋ ਜਾਂਦਾ, ਮਨਮੁਖ ਇਸ ਚੱਕਰ ਚ ਪਿਆ ਸਦਾ ਦੁੱਖ ਭੋਗ। 84 ਲੱਖ ਵਾਰੀ ਜੰਮਣਾ ਮਰਨਾ, ਦੁੱਖ ਹੀ ਭੋਗਣਾ। ਹਿੰਦੂ ਮੁਸਲਮਾਨ ਇੱਕੋ ਈਸ਼ਵਰ ਦੀ ਅੰਸ਼ ਹਨ, ਪਰ ਮੰਦੇ ਵੱਖਰੇ ਵੱਖਰੇ ਹਨ। ਪੌੜੀ ਦੂਜੀ ਹੈ। ਦੋਏ ਮਿਲ ਜੰਮੇ ਦੋਏ ਸਣੇ, ਦੋਹੂ ਜਣਿਆ ਦੂ ਰਾਹ ਚਲਾਏ। ਉਹ ਭਾਈ ਸਰੀਰ ਤੇ ਆਤਮਾ ਨੂੰ ਮੇਲ ਕੇ ਮੁਸਲਮਾਨ ਤੇ ਹਿੰਦੂ ਜੰਮੇ ਦੋਵਾਂ ਜਣਿਆਂ ਨੇ ਰੱਬ ਨੂੰ ਮਿਲਣ ਲਈ ਵੱਖਰੇ ਵੱਖਰੇ ਰਸਤੇ ਜੋੜਤੇ। ਤੋ ਹਿੰਦੂ ਆਖਣ ਰਾਮ ਰਾਮ, ਮੁਸਲਮਾਨ ਨਾਮ ਖੁਦਾਏ। ਅਗਿਆਨਤਾ ਕਾਰਨ ਹਿੰਦੂ ਰਾਮ ਰਾਮ ਆਖਦੇ ਹਨ, ਮੁਸਲਮਾਨ ਰੱਬ ਦਾ ਨਾਂ ਖੁਦਾ ਦੱਸਦੇ ਅੱਲਾ। ਹਿੰਦੂ ਪੁਰਬ ਸੋਏ ਤੋ ਪੱਛਮ ਮੁਸਲਮਾਨ ਨੇ ਵਾਏ। ਤੋ ਹਿੰਦੂ ਪੂਰਬ ਵੱਲ ਪੂਰਬ ਸੋਏ, ਤੋ ਪੂਰਬ ਵੱਲ ਸਾਹਮਣੇ ਹੋ ਕੇ ਪੂਜਾ ਕਰਦਾ ਹੈ। ਮੁਸਲਮਾਨ ਪੱਛਮ ਵੱਲ ਖੁਦਾ ਦਾ ਘਰ ਜਾਣ ਕੇ ਸਿਰ ਨੂੰ ਹੁੰਦਾ। ਗੰਗ ਬਨਾਰਸ ਹਿੰਦੂਆਂ, ਮੱਕਾ ਮੁਸਲਮਾਨ ਮਨਾਏ। ਤੋ ਹਿੰਦੂ ਗੰਗਾ ਤੇ ਬਨਾਰਸ ਵਿੱਚ ਤੀਰਥਾਂ ਪੂਜਦੇ ਹਨ, ਮੁਸਲਮਾਨ ਮੱਕੇ ਨੂੰ ਪੂਜਦੇ ਹਨ। ਸੋ ਮਤਲਬ ਇਹਨਾਂ ਦਾ ਰੱਬ ਮੱਕੇ ਮਦੀਨੇ ਆ, ਉਹਨਾਂ ਦਾ ਰੱਬ ਗੰਗਾ ਬਨਾਰਸ। ਵੇਦ ਕਤੇਬਾ ਚਾਰ ਵਰਨ 4 ਮਜ਼ਹਬ ਚਲਾਏ। ਹਿੰਦੂਆਂ ਦੇ 4 ਵੇਦ ਹਨ, ਮੁਸਲਮਾਨਾਂ ਦੇ 4 ਕਤੇਬ ਹਨ। ਹਿੰਦੂਆਂ ਦੇ 4 ਵਰਨ ਹਨ ਦੀ ਗੱਲ ਕੀਤੀ, ਮੁਸਲਮਾਨਾਂ ਨੇ 4 ਮਜ਼ਹਬ ਚਲਾਏ ਹਨ। 5 ਤੱਤ ਦੋਵੇਂ ਜਣੇ, ਪੌਣ ਪਾਣੀ ਬਸੰਤਰ ਛਾਏ। ਅਸਲੀਅਤ ਇਹ ਹੈ ਕਿ ਦੋਵੇਂ ਜਣੇ 5 ਤੱਤਾਂ ਤੋਂ ਬਣੇ ਹਨ, ਹਵਾ ਪਾਣੀ ਅੱਗ ਧਰਤੀ ਆਕਾਸ਼ ਤੋਂ। ਫੇਰ ਤੇ ਇੱਕ ਥਾਂ 2 ਨਾਉ ਧਰਾਏ। ਦੋਵੇਂ ਇੱਕ ਰੱਬ ਤੋਂ ਬਣੇ ਹਨ, ਇੱਕ ਆਤਮਾ ਤੋਂ ਬਣੇ ਹਨ, ਪਰ ਨਾ 2 ਰਖਾ ਲਏ ਹਨ। ਪਰ ਇਹ ਦੋਵੇਂ ਰੱਬ ਨੂੰ ਨਹੀਂ ਮਿਲ ਸਕਦੇ। ਪੌੜੀ ਤੀਜੀ। ਗੁਰਮੁਖ ਰੱਬ ਨੂੰ ਜਾ ਮਿਲਦੇ ਹਨ,
तो देख दो पित्ती आरसी मजलस हथों हथी नचे। दो पित्ती दो पासियां वाली, आरसी शीशा, आरसी। तो उतली पौड़ी विच हिंदू मुसलमान दे दसे दो दसे हैं। तो असी शीशे तो कुछ नहीं लेना। मुसलमान दोवें इस पौड़ी विच शीशे दी न्याई हैं। असी रब ते सिख सिखियार्थी विद्यार्थी हाँ। असी रब दे सिख सिखियार्थी विद्यार्थी हाँ। साडा कोई मजहब नहीं, कोई वखरा धर्म नहीं। अकाल पुरख दी फौज हाँ, खालसे शुद्ध हाँ। इत्थे कहंदा देख दुपित्ती आरसी मजलस हथों हथी नचे। दो शक्ल वाला शीशा सभा विच हथों हथी नचदा है। दो शक्लां वाला शीशा, दो शक्लां वाला शीशा सभा विच हथों हथी नचदा है, भावें सारे देखदे हन। सो दुखो दुख दुबाजरी घर घर फिरे पराई खच्चे। तो दो मूही शीशे नूं दुख ही दुख हुंदा है, पराए घर विच खराब हुंदा फिरदा है। अगे होए सुहावनी मूँह डिठा मानस चाहे मच्चे। अगों देखिया सोहना लगदा है, जिस विच मूँह देख के लोग प्रसन्न हुंदे हन। पिछों देख डरावनी इक्को मूँह दोए जिनस विरचे। ते पिछले पासों देखिया डरावना लगदा है, मूँह इक्को है पर शक्लां दो धारण करदा है। खे पाए मूँह मांजिए फिर मैल भरे रंग कच्चे। तो शीशे दे मुंह ते स्वाह पा के मांजिया जाता है, पर वो कच्चे रंग वाला फिर मैला हो जाता है। धर्म राय जम एक है, तो धर्म अधर्म ना भरम परचे। धर्म राज ते जम एक ही है। वो धर्म करदा है, अधर्म ते भरम विच नहीं परचदा। तो सदा मनमुख नूं ही दिंदा है। गुरमुख जाए मिले सच सच्चे, अमृतधारी गुरसिख जो सिमरन विच सुरत जोड़ते हैं। वो रब वर्गे सच्चे सच्चे रब विच जा मिलते हैं। दो बाजरियां तरह जूना विच नहीं भटकदे। पौड़ी चौथी गुरसिखी विछोड़िया दा नूं मेलदी है। वणे जलाहा तंद गंढ एक सूत कर ताना बाण। जुलाहे जुलाहा तंद तंद गंढ के ताने पेटे दा सूत इक्को जिहा करके ताणी उणदा है। दर्जी पाड़ विगाड़दा पाटा मूल न लहे विकाणा। दर्जी पाड़ के कपड़ियां दियां टाकियां कर दिंदा है, ते वो पाटा होया कपड़ा किसे मुल तो नहीं विकदा। तो कतरन कतरे कतरनी होए दमूही चढ़दी साना। तो कैंची कपड़े दियां कातरां कातरां कर दिंदी है। दमूही होण करके सान ते रगड़ी जांदी है, सान ते रगड़ी जांदी है। सूई सीवे जोड़ के विछड़िया कर मेल मिलाना। सूई जोड़ के सिउंदी है, विछड़िया दा मेल मिलाप कराउंदी है। गुरसिखी सूई है, विछड़िया दा मेल मिलाप कराउंदी है। साहिब इक्को राह दोए जग विच हिंदू मुसलमान। तो साहिब मालिक वाहिगुरू एक ही है, हिंदू मुसलमाना ने दो राह चला ले हैं। गुरसिखी प्रधान है, पीर मरीदी है परवाना। गुरसिखी श्रोमणी है जो विछोड़िया नू रब नाल मेल दे। पीर दी मरीदी करनी है, गुरु दी शगिरदी। गुरसिखी धारण करन वाली सचखंड प्रवानगी मिलती है। तो दुखी दो बाजरिया हैराना। तो दो बाजरे मनमुख दो पितीए हैरान ते दुखी रहते हैं। साडे नाल की हो गया भाईओ, कैंची वांगू सान ते रगड़े गए। तो पौड़ी पंजवी ये संसार बिरश दी शाह वांगू है। जो चरखा 8 खंबियां तो जट्ठी दो लट्ठी दे मंझ मंझेरू। 8 खंबियां 8 फटियां वाला मंझेर चक। सो भाई जिवें चरखा 8 फटियां वाला हुंदा है, तो उसदा चक्का 2 मुन्नियां विच हुंदा है। 2 मुन्नियां विच 2 सिर धर, 2 खुंड विच सिर गिरदान फिरे लख फेरू।
ਤੋ ਜਿਸ ਦੀ ਲੱਠ ਦੇ ਦੋਵੇਂ ਸਿਰੇ ਦੋਵਾਂ ਮੁੰਨਿਆਂ ਦੇ ਛੇਕਾਂ ਵਿੱਚ ਰੱਖੇ ਜਾਂਦੇ ਹਨ, ਫਿਰ ਉਹ ਭਰਨੇ ਹੋ ਕੇ ਲੱਖਾਂ ਭਾਟੀਆਂ ਦਿੰਦਾ। ਅੱਜ ਕੱਲ ਚਰਖਾ ਹੈ ਨਹੀਂ, ਵੈਸੇ ਉਹ ਜਿਹੜੀ ਗੁਲਾਈ ਕਰਦੇ ਉਹ 8 ਫੱਟੀਆਂ ਨਾਲ ਹੀ ਹੁੰਦੀ ਹੈ। ਤੋ ਇਹ ਗੱਲ ਆਮ ਬੰਦਾ ਨਹੀਂ ਸਮਝ ਸਕਦਾ, ਇਹ ਚਰਖੇ ਦੀਆਂ ਗੱਲਾਂ ਐਗਜ਼ਾਮਪਲਾਂ। ਸੋ ਬਾੜ ਪਾਏ ਪਲੇਟੀਏ ਮਾਲੂ ਵਟਾਏ ਪਾਇਆ ਕਨ ਘੇਰੂ, ਤੇ ਉਹ ਉਸ ਨੂੰ ਰੱਸਾ ਪਾ ਕੇ ਲਪੇਟੀ ਦਾ ਤੇ ਧਾਗੇ ਦੀ ਮਾਲਾ ਵੱਟ ਕੇ ਘੇਰਾ ਪਾਈਦਾ, ਤੇ ਦੂਹੂ ਚਰਮਖ ਵਿੱਚ ਤਰਕਲਾ ਤੋਂ ਕੱਤਨ ਕੁੜੀਆਂ ਚਿੜੀਆਂ ਹੀਰੂ, ਤੇ ਦੋਵਾਂ ਚਮੜੀਆਂ ਵਿੱਚ ਤਕਲਾ ਹੁੰਦਾ ਹੈ ਤੇ ਕੁੜੀਆਂ ਚਿੜੀਆਂ ਚਰਖਾ ਕੱਤਦੀਆਂ ਵੇਖੀਆਂ ਜਾਂਦੀਆਂ ਹਨ। ਤੋ ਤ੍ਰਿਹਨ ਬਹਿ ਉੱਠ ਜਾਂਦੀਆਂ ਜਿਉਂ ਬਿਰਖੋ ਉੱਠ ਜਾਏ ਪੰਖੇਰੂ, ਤੋ ਕੁੜੀਆਂ ਤ੍ਰਿਵਣਾ ਵਿੱਚ ਬੈਠ ਕੇ ਚਰਖਾ ਕੱਤਦੀਆਂ, ਇਕੱਠੀਆਂ ਕੱਤਦੀਆਂ, ਤ੍ਰਿਵਨ ਉਹਨੂੰ ਕਹਿੰਦੇ ਸੀ। ਅੱਗੇ ਕੁੜੀਆਂ ਬੈਠ ਕੇ ਚਰਖਾ ਕੱਤਦੀਆਂ ਸੀ, ਫਿਰ ਇਉਂ ਉੱਠ ਜਾਂਦੀਆਂ ਹਨ ਜਿਵੇਂ ਬਿਰਸ਼ਾ ਦੇ ਪੰਛੀ ਉੱਠ ਜਾਂਦੇ ਹਨ। ਓਡ ਨਿਬਾਹੂ ਨਾ ਥੀਏ ਕੱਚਾ ਰੰਗ ਰੰਗਾਇਆ ਗੇਰੂ, ਮੌਤ ਤੋਂ ਬਾਅਦ ਨਾ ਨਿਭਣ ਵਾਲਾ ਕੋਈ ਨਹੀਂ ਹੁੰਦਾ। ਜਿਵੇਂ ਗੇਰੀ ਦਾ ਰੰਗ ਕੱਚਾ ਹੁੰਦਾ, ਇਸੇ ਤਰ੍ਹਾਂ ਸੰਸਾਰ ਦਾ ਪ੍ਰੇਮ ਕੱਚਾ ਹੈ ਭਾਈ। ਸੋ ਘੁੰਮ ਘੁੰਮਦੀ ਛਾਊ ਕਵੇਰੂ, ਤੋ ਬਿਰਸ਼ ਦੀ ਫਿਰਦੀ ਛਾਂ ਦੀ ਤਰ੍ਹਾਂ ਇਹ ਸੰਸਾਰ ਦੀ ਘੁੰਮਣ ਵਾਲਾ ਸਥਿਰ ਨਹੀਂ ਹੈ। ਸੰਸਾਰ ਵੀ ਘੁੰਮਣ ਵਾਲਾ ਸਥਿਰ ਨਹੀਂ ਭਾਈ। ਚਰਖੇ ਦੀ ਐਗਜ਼ਾਮਪਲ ਦਿੱਤੀ ਆ, ਘੁੰਮਦਾ, ਕਹਿੰਦਾ ਸੰਸਾਰ ਵੀ ਸਾਰਾ ਘੁੰਮਦਾ, ਇਹਦੇ ਚ ਸਥਿਰ ਕੁਛ ਨਹੀਂ ਹੈਗਾ। ਪੌੜੀ 6ਵੀਂ, ਮਨਮੁਖ ਵਿਚਾਰਨ ਇਸਤਰੀ ਤਰ੍ਹਾਂ ਦੁੱਖ ਪਾਉਂਦੇ ਲੋ, ਉਹ ਤਾਂ ਕੰਜਰੀ ਵਰਗਾ ਕਹਿੰਦੇ। ਹੁਣ ਕੀ ਕਰੀਏ? ਸਾਹਰ ਪੀਓ ਪਲਰੇ ਹੋਏ ਨਿਲੱਜ ਨਾ ਲੱਜਾ ਹੋਵੇ, ਕਹਿੰਦਾ ਬੇਵਿਚਾਰਨ ਇਸਤਰੀ ਸਹੁਰਿਆਂ ਤੇ ਪੇਕਿਆਂ ਨੂੰ ਛੱਡ ਦਿੰਦੀ ਹੈ ਤੇ ਬੇਸ਼ਰਮ ਹੋ ਕੇ ਸ਼ਰਮ ਨੂੰ ਪੀਂਦੀ ਹੈ, ਸ਼ਰਮ ਨੂੰ ਪੀਂਦੀ ਹੈ। ਹਾਂ, ਤੋ ਰਾਵੇ ਜਾੜ ਪਧਾਰ ਤਜ ਖਿੰਜੋ ਤਾਨ ਖੁਸ਼ੀ ਕਿਉਂ ਹੋਵੇ, ਉਹ ਬੇਵਿਚਾਰਨ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਯਾਰਾਂ ਨਾਲ ਭੋਗ ਕਰਦੀ ਹੈ, ਤੋ ਇੱਕ ਦੂ ਚਿੱਤੀ ਵਿੱਚ ਉਸ ਨੂੰ ਖੁਸ਼ੀ ਕਿਵੇਂ ਹੋ ਸਕਦੀ ਹੈ? ਸਮਝਾਈ ਨਾ ਸਮਝਦੀ ਤੋ ਮਰਨੇ ਪਰਨੇ ਲੋਕ ਵਿਗੋਵੇ, ਉਹ ਕਿਸੇ ਦੇ ਸਮਝਾਉਣ ਨਾਲ ਸਮਝਦੀ ਨਹੀਂ, ਮਰਨੇ ਪਰਨੇ ਲੋਕਾਂ ਨੂੰ ਉਜਾੜ ਦਿੰਦੀ ਹੈ, ਉਜਾੜ ਦਿੰਦੀ ਹੈ। ਧਿਰ ਧਿਰ ਮਿਲਦੇ ਮਿਹਨੇ ਹੋਏ ਸ਼ਰਮਿੰਦੀ ਅੰਜ ਰੋਵੇ, ਤੇ ਥਾਂ ਥਾਂ ਮਿਹਣੇ ਮਿਲਦੇ ਹਨ, ਸ਼ਰਮਿੰਦਗੀ ਹੋ ਕੇ ਰੋਂਦੀ ਹੈ ਤੇ ਹੰਝੂ ਵਿਗਾਉਂਦੀ ਹੈ। ਪਾਪ ਕਮਾਣੇ ਪਕੜੀਏ ਹਾਨ ਕਾਨ ਦੀਵਾਨ ਖੜੋਵੇ, ਤੋ ਪਾਪ ਕਰਨ ਕਰਕੇ ਜਦੋਂ ਪਕੜੀ ਜਾਂਦੀ ਹੈ ਤਾਂ ਸ਼ਰਮ ਦੀ ਹਾਨੀ ਕਰਕੇ ਕਚਹਿਰੀ ਵਿੱਚ ਜਾ ਖੜੋਂਦੀ ਹੈ, ਤੇ ਬੇਸ਼ਰਮ ਨੂੰ ਕੀ ਸ਼ਰਮ ਹੈ? ਤੋ ਧਰਮਰਾਜ ਦੀ ਕਚਹਿਰੀ ਵਿੱਚ ਪਤਾ ਲੱਗਦਾ ਭਾਈ ਓਏ, ਮਰੇ ਨਾ ਜੀਵੇ ਦੁੱਖ ਹੈ, ਰਹੇ ਨਾ ਘਰ ਕਰ ਪਰ ਕਰ ਜੋ ਹੈ ਜੋ ਹੈ। ਤੋ ਫਿਰ ਨਾ ਉਹ ਮਰਦੀ ਹੈ ਤੇ ਨਾ ਜਿਉਂਦੀ ਹੈ, ਦੁੱਖ ਸਹਿੰਦੀ ਹੈ ਤੇ ਪਰਾਏ ਘਰ ਦਾ ਆਸਰਾ ਤੱਕਦੀ ਹੈ। ਤੋ ਦੁਬਦਾ ਔਗਣ ਹਾਰ ਪਰੋਵੇ, ਉਹ ਦੁਚਿੱਤੀ ਵਿੱਚ ਰਹਿ ਕੇ ਵਿਕਾਰਾਂ ਦਾ ਹਾਰ ਪਰੋਂਦੀ ਹੈ, ਵਿਕਾਰਾਂ ਦਾ ਹਾਰ। ਦੁਬਦਾ ਵਿੱਚ ਦੁੱਖ ਹੀ ਦੁੱਖ ਹੈ। ਜਿਉਂ ਬੇਸੀਵੇ ਥੇ ਕਰ ਪਛੋਤਾਵੇ ਸੁੱਖ ਨ ਵਸੇ, ਬਸੀਵੇ ਦੂਸਰੇ ਦੀ ਹੱਦ। ਸੋ ਜਿਵੇਂ ਦੂਸਰੇ ਦੀ ਹੱਦ ਵਿੱਚ ਕੋਈ ਪਿੰਡ ਪਾਵੇ ਤਾਂ ਉਹ ਪਛਤਾਉਂਦਾ ਹੈ ਤੇ ਸੁਖੀ ਨਹੀਂ ਵਸਦਾ। ਚੜ ਚੜ ਲੜਦੇ ਭੂਮੀਏ ਧਾੜਾ ਪੇਡਾ ਖੱਸਣ ਖੱਸੇ, ਕਿਉਂਕਿ ਜ਼ਿਮੀਂਦਾਰ ਚੜਾਈਆਂ ਕਰਕੇ ਲੁੱਟ ਮਾਰ ਕਰਦੇ ਹਨ ਤੇ ਖੋਹਾ ਖੋਹੀ ਕਰਦੇ ਹਨ। ਦੋ ਨਾਰੀ ਦਾ ਦੂਲਹਾ ਦੋਹਾਂ ਮੁਨਸਾਂ ਦੀ ਨਾਰ ਵਿਨਸੇ, ਤੋ ਜਿਵੇਂ ਦੋਹਾਂ ਇਸਤਰੀਆਂ ਦਾ ਪਤੀ ਤੇ ਦੋਹਾਂ ਪਤੀਆਂ ਦੀ ਨਾਰ ਦੁਖੀ ਹੋ ਕੇ ਰਹਿੰਦੀ ਹੈ ਭਾਈ ਓਏ। ਹੋਏ ਉਜਾੜਾ ਖੇਤੀਏ ਦੋ ਹਾਕਮ ਦੋਏ ਹੁਕਮ ਖੁਨਸੇ, ਜਿਵੇਂ ਦੋ ਹਾਕਮਾਂ ਦੇ ਹੁਕਮ ਨਾਲ ਖੇਤੀ ਦਾ ਉਜਾੜਾ ਹੀ ਹੁੰਦਾ ਹੈ। ਤੋ ਦੁੱਖ ਦੋਏ ਚਿੰਤਾ ਰਾਤ ਦਿਓ ਘਰ ਛਿਜੇ ਵੈਰਾਇਨ ਹੱਸੇ, ਤੋ ਈਰਖਾ ਦਵੈਖ ਵਿੱਚ ਦਿਨ ਰਾਤ ਦੁੱਖ ਹੁੰਦਾ ਹੈ, ਚਿੰਤਾ ਹੁੰਦੀ ਹੈ, ਘਰ ਦਾ ਨਾਸ ਹੁੰਦਾ ਹੈ, ਵੈਰੀ ਦੇਖ ਕੇ ਹੱਸਦੇ ਹਨ। ਦੋ ਖੰਡਾਂ ਵਿੱਚ ਰਾਖ ਸਿਰ ਵਸਦੀ ਵਸੇ ਨਾ ਨਸਦੀ ਨਸੇ, ਸੋ ਦੋਵਾਂ ਪਤੀਆਂ ਵਿੱਚ ਰਹਿਣ ਵਾਲੀ ਇਸਤਰੀ ਨਾ ਸਵਾਦ ਨਾਲ ਵਸ ਸਕਦੀ ਹੈ ਨਾ ਨਸ ਸਕਦੀ ਹੈ। ਦੂਜਾ ਭਾਵ ਭਿਅੰਗਮ
ਦੱਸੇ। ਇਸੇ ਤਰ੍ਹਾਂ ਦੂਜਾ ਭਾਉ ਮਾਇਆ ਨਾਲ ਪਿਆਰ ਸਿਮਰਨ ਛੱਡ ਕੇ ਸੱਪ ਦੀ ਤਰ੍ਹਾਂ ਡੰਗ ਮਾਰਦਾ ਹੈ, ਤੇ ਸਿਮਰਨ ਨੂੰ ਛੱਡ ਕੇ ਬਾਕੀ ਸਾਰੇ ਪਿਆਰ ਦੂਜਾ ਭਾਉ ਹੈ। ਮਨਮੁਖ ਦੋ ਮੂੰਹੇ ਸੱਪ ਵਰਗਾ ਹੈ। ਕਹਿੰਦਾ ਦੁਖੀਆ ਦੁਸ਼ਟ ਦੁਬਾਜਰਾ ਸੱਪ ਦਮੂਹਾ ਬੁਰਾ ਬਰਿਆਈ। ਦੇਖ ਲਓ ਓਏ ਦੁੱਖ ਦੇਣ ਵਾਲਾ ਦੁਸ਼ਟ ਤੇ ਦੁਬਾਜਰਾ ਪੁਰਸ਼ ਬੁਰਾਈ ਕਰਨ ਵਿੱਚ ਦੋ ਸੱਪਾਂ ਦੋ ਮੂੰਹਾਂ ਸੱਪ ਵਰਗਾ ਹੈ, ਦੋ ਮੂੰਹਾਂ ਸੱਪ ਵਰਗਾ ਹੈ। ਤੋ ਸਭ ਤੋਂ ਮੰਦੀ ਸੱਪ ਜੋਨ ਸੱਪਾਂ ਵਿੱਚ ਕੁਜਾਤ ਕੁਬਾਈ। ਉਹ ਭਾਈ ਸਭ ਤੋਂ ਮੰਦੀ ਜੋਨ ਸੱਪ ਦੀ ਹੈ, ਪਰ ਸੱਪਾਂ ਵਿੱਚੋਂ ਵੀ ਦੋ ਮੂੰਹਾਂ ਸੱਪ ਖੋਟੀ ਜਾਤ ਦਾ ਹੁੰਦਾ ਹੈ। ਸੋ ਕੌੜੀ ਹੋਵਾ ਗੋਪ ਸੱਪਾਂ ਵਿੱਚ ਕੁਜਾਤ ਕੁਬਾਈ। ਤੂੰ ਭਾਈ ਕਿਉਂ ਕਿ ਗੁਰੂ ਨੂੰ ਲੁਕਾ ਕੇ ਕੋੜੀ ਹੁੰਦਾ, ਇਹ ਨਗੁਰਾ ਕਿਸੇ ਡੰਡ ਮੰਡ ਨੂੰ ਨਹੀਂ ਮੰਨਦਾ। ਕੋੜੀ ਹੋਵੇ ਲੜੇ ਕਿਸ ਵਿਗੜ ਰੂਪ ਹੋਏ ਮਰ ਸਹਿਮਾਈ। ਤੋ ਜਿਸ ਨੂੰ ਲੜਦਾ ਹੈ ਉਹ ਕੋੜੀ ਹੋ ਜਾਂਦਾ ਹੈ, ਤੋ ਉਸਦਾ ਰੰਗ ਰੂਪ ਵਿਗੜ ਜਾਂਦਾ ਹੈ, ਤੋ ਇਸੇ ਤਰ੍ਹਾਂ ਹੀ ਵਿੱਚ ਮਰ ਜਾਂਦਾ ਹੈ। ਤੋ ਗੁਰਮੁਖ ਮਨਮੁਖ ਬਾਹਿਰਾ ਲਾਤੋ ਲਾਵਾ ਲਾਏ ਬੁਝਾਈ। ਤੋ ਇਸ ਤਰ੍ਹਾਂ ਨਿਗੁਰਾ ਮਨਮੁਖ ਗੁਰਮੁਖਾਂ ਦੀ ਸੰਗਤ ਤੋਂ ਦੂਰ ਰਹਿੰਦਾ ਹੈ ਤੇ ਆਪਣੇ ਆਪ ਨੂੰ ਚੁਆਤੀ ਲਾਉਂਦਾ ਹੈ, ਅੱਗ ਲਾਉਂਦਾ ਹੈ, ਤੇ ਗੁਰਮੁਖ ਲੱਗੀ ਅੱਗ ਨੂੰ ਬੁਝਾਉਂਦਾ ਹੈ। ਤਿਸ ਵਿਉ ਰਾਤ ਕੁਲਾਤ ਮਨ ਅੰਦਰ ਗੰਤੀ ਤਾਤ ਪਰਾਈ। ਨਿਗੁਰੇ ਮਨਮੁਖ ਦੇ ਮੂੰਹ ਵਿੱਚ ਨਿੰਦਾ ਦੀ ਜ਼ਹਿਰ ਰਹਿੰਦੀ ਹੈ ਤੇ ਉਸਦਾ ਮਨ ਕਲਪਨਾ ਪਰਾਈ ਇਸਤਰੀ ਵਿੱਚ ਰਹਿੰਦੀ ਹੈ। ਤੋ ਸਿਰ ਜਿੱਥੇ ਵਿਉ ਬਾਣ ਨਾ ਜਾਈ। ਨਿਗੁਰੇ ਮਨਮੁਖ ਦੀ ਖੋਟੀ ਆਦਤ ਸਿਰ ਫੇਰਨ ਤੋਂ ਬਗੈਰ ਨਹੀਂ ਜਾਂਦੀ। ਸਿਰ ਤੋੜ ਦੇਣਾ, ਸਿਰ ਤੋੜ ਤੋਂ ਬਗੈਰ ਨਹੀਂ ਜਾਂਦੀ। ਮਨਮੁਖ ਕੰਜਰੀ ਵਰਗਾ ਹੁੰਦਾ। ਵਾਹਿਗੁਰੂ ਵਾਹਿਗੁਰੂ। ਜੋ ਬਹੁ ਮਿੱਟੀ ਵੇਸਵਾ ਛੱਡੇ ਖਸਮ ਨੇ ਖਸਮੀ ਹੋਈ। ਦੇਖਿਆ ਜੇ ਪੌੜੀ 9ਵੀਂ। ਮਨਮੁਖ ਕੰਜਰੀ ਵਰਗਾ ਹੈ। ਮਨਮੁਖ ਕੰਜਰੀ ਵਰਗਾ ਹੈ। ਜਿਉਂ ਬਹੁ ਮਿੱਤੀ ਮਿੱਤਰਾਂ ਵਾਲੀ ਵੇਸੂਆ ਛੱਡੇ ਖਸਮ ਨੇ ਖਸਮੀ ਹੋਈ। ਬਹੁ ਮਿੱਤੀ ਬਹੁ ਯਾਰਾਂ ਵਾਲੀ। ਜਿਵੇਂ ਬਹੁਤ ਯਾਰਾਂ ਵਾਲੀ ਕੰਜਰੀ ਵੇਸਵਾ ਆਪਣੇ ਖਸਮ ਨੂੰ ਛੱਡ ਕੇ ਨਿਖਸਮੀ ਹੋ ਜਾਂਦੇ ਆ। ਆਪਣੇ ਖਸਮ ਨੂੰ ਛੱਡ ਕੇ ਨਿਖਸਮੀ ਹੋ ਜਾਂਦੀ ਹੈ। ਪੁੱਤ ਜਨੇ ਜੇ ਵੇਸੂਆ ਨਾਨਕ ਦਾਦਕ ਨਾਉ ਨ ਕੋਈ। ਉਹ ਕੰਜਰੀ ਜੇ ਪੁੱਤਰ ਜੰਮਦੀ ਹੈ ਤਾਂ ਉਸਦੇ ਨਾਨਕੇ ਤੇ ਦਾਦਕੇ ਦਾ ਕੋਈ ਨਾਂ ਨਹੀਂ ਹੁੰਦਾ। ਨਰਕ ਸਵਾਰ ਸ਼ਿੰਗਾਰਿਆ ਰਾਗ ਰੰਗ ਛਲ ਛਲੇ ਛਲੋਈ। ਤੋ ਨੱਕ ਨੂੰ ਨੱਥਾਂ ਤੇ ਲੌਂਗ ਪਾ ਕੇ ਸਵਾਰਦੀ ਹੈ। ਉਹ ਛਲਣ ਵਾਲੀ ਰਾਗ ਰੰਗਾਂ ਤੇ ਛਲਾਂ ਨਾਲ ਸੋਹਣਾ ਛਲ ਲੈਂਦੀ ਹੈ। ਤੋ ਕੰਡਾ ਹੇੜ ਅਹੇੜੀਆਂ ਮਾਨਸ ਮਿਰਗ ਵਿਨਾਸ਼ ਬੋਈ। ਭਾਈ ਸ਼ਿਕਾਰੀਆਂ ਦੇ ਕੰਡੇ ਹੇੜੇ ਵਾਂਗੂ ਰਾਗ ਗਾ ਕੇ ਮਨਮੁਖ ਵਿਕਾਰੀ ਨੂੰ ਮਿਰਗ ਦੀ ਤਰ੍ਹਾਂ ਫਸਾ ਲੈਂਦੀ ਹੈ। ਮਨਮੁਖ ਵਿਕਾਰੀ ਨੂੰ ਮਿਰਗ ਦੀ ਤਰ੍ਹਾਂ ਫਸਾ ਲੈਂਦੀ ਹੈ ਤੇ ਉਸਦੇ ਸਾਰਿਆਂ ਸਾਥੀਆਂ ਦੇ ਉਸਦੇ ਸਾਥੀਆਂ ਦਾ ਵੀ ਜੀਵਨ ਬਰਬਾਦ ਕਰ ਦਿੰਦੀ ਹੈ। ਤੋ ਜਿਸ ਜੀਵ ਰੱਬ ਤੋਂ ਕੁਰੈਤ ਕਰਵਾ ਦਿੰਦੀ ਹੈ। ਇੱਥੇ ਸਾਰੇ ਵਿਕਾਰੀ ਹੱਸ ਹੱਸ ਕੇ ਖੁਸ਼ ਹੋ ਕੇ ਭੋਗਦੇ ਹਨ। ਪਤਾ ਨਹੀਂ ਅਗਿਆਨਤਾ ਹੈ, ਤੁਹਾਡਾ ਜੀਵਨ ਬਰਬਾਦ ਹੋ ਗਿਆ। ਧਰਮਰਾਜ ਨੇ ਤੁਹਾਨੂੰ ਕੰਜਰੀ ਬਣਾ ਕੇ ਭੇਜ ਦੇਣਾ। ਘੱਟੋ ਘੱਟ 10 ਬੰਦੇ ਰੋਜ਼ ਤੁਹਾਨੂੰ ਭੋਗਣਗੇ, ਕਰੋੜਾਂ ਸਾਲ ਪਛਤਾਉਣਾ ਪੈਣਾ। ਸਾਨੂੰ ਸਮਝ ਨਹੀਂ ਇਸ ਗੱਲ ਦੀ। ਅਸੀਂ ਕਹਿੰਦੇ ਅਸੀਂ ਐਸ਼ ਕਰ ਰਹੇ ਹਾਂ। ਸੋ ਇੱਥੇ ਮਰੇ ਹਰਾਮ ਹੋਏ, ਅੱਗੇ ਦਰਗੇ ਮਿਲੇ ਨਾ ਢੋਈਏ। ਦੇਖਿਆ ਉਹ ਕੰਜਰੀ ਇੱਥੇ ਤਾਂ ਮਾਤ ਲੋਕ ਵਿੱਚ ਹਰਾਮ ਨੇਫਲ ਵਿਅਰਥ ਜੀਵਨ ਗਿਆ।
ਹੋ ਕੇ ਮਰਦੀ ਹੈ ਤੇ ਸੱਚਖੰਡ ਉਹਨੂੰ ਢੋਈ ਨਹੀਂ ਮਿਲਦੀ, ਗਈ ਨਰਕਾਂ ਵਿੱਚ। ਅਰਬਾਂ ਸਾਲ ਦਾ ਕਪਲਾ ਘੁਟਾਲਾ ਪੈ ਗਿਆ ਭਾਈ। ਹੈ ਤਾਂ ਰੱਬ ਹੀ ਸੀ, ਜੀਵਾਤਮਾ ਸੀ, ਉਹਦੇ ਕਰਮਾਂ ਕਰਕੇ ਗਲਤ ਪੈ ਗਈ। ਹੁਣ ਆਪਾਂ ਕਹਿੰਦੇ ਆਪਾਂ ਕਿਵੇਂ ਉਹ ਕੰਜਰੀ ਬਣ ਗਈ? ਤੁਸੀਂ ਕੰਜਰੀ ਕੋਲ ਗਏ, ਤੁਸੀਂ ਕੰਜਰੀ ਨੂੰ ਭੋਗਿਆ, ਤੁਸੀਂ ਔਰਤਾਂ ਨੂੰ ਭੋਗਦੇ ਹੋ। ਉਲਟੀ ਖੇਡ ਹੀ ਆ, ਲਾਡੀ ਤੋਂ ਡਾਲੀ ਬਣਾ ਦਿੰਦਾ, ਉਲਟੀ ਖੇਡ ਆ। ਤੁਸੀਂ ਕੁੜੀਆਂ ਨੂੰ ਭੋਗਦੇ ਸੀ, ਰੱਬ ਨੇ ਤੁਹਾਨੂੰ ਕੰਜਰੀ ਬਣਾ ਲਿਆ, ਤੁਹਾਨੂੰ ਬੰਦੇ ਭੋਗਣ। ਉਲਟੀ ਖੇਡ ਆ, ਉਲਟਾ ਖੇੜਾ ਬ੍ਰਹਮ ਦਾ ਉਲਟਾ ਭਾਈ। ਦੁਖੀਆ ਦੁਸ਼ਟ ਦੁਬਾਜਰਾ, ਜਾਨ ਰੁਪਈਆ ਮੇਖੀ ਸੋਈ। ਉਲਟਾ ਭਾਈ। ਦੁਖੀਆ ਦੁਸ਼ਟ ਦੁਬਾਜਰਾ, ਦੁੱਖ ਦੇਣ ਵਾਲਾ ਦੁਸ਼ਟ ਦੁਬਾਜਰਾ, ਮਨਮੁਖ ਪੁਰਸ਼ ਵੇਸਵਾ ਵਾਂਗੂ ਦੋ ਜਹਾਨ ਵਿਖੇ ਦੁਖੀ ਰਹਿੰਦਾ। ਮਾਨੋ ਖੋਟਾ ਰੁਪਈਆ, ਮੇਖੀ ਖੋਟਾ ਰੁਪਈਆ। ਉਹ ਖੋਟਾ ਰੁਪਈਆ ਵਿਗੜੇ ਆਪ ਵਿਗਾੜੇ ਲੋਈ। ਉਹ ਆਪ ਵਿਗੜਦਾ ਹੈ, ਸਾਰੀ ਦੁਨੀਆ ਨੂੰ ਵੀ ਵਿਗਾੜਦਾ। ਕੰਜਰੀ ਆਪ ਵਿਗੜੀ ਹੁੰਦੀ ਹੈ ਤੇ ਸਾਰਿਆਂ ਨੂੰ ਵਿਗਾੜ ਦਿੰਦੀ ਹੈ। ਇਸੇ ਤਰ੍ਹਾਂ ਮਨਮੁਖ ਆਪ ਵਿਗੜਿਆ ਹੁੰਦਾ, ਆਪ ਤਾਂ ਅੰਮ੍ਰਿਤ ਛਕਣਾ ਨਹੀਂ, ਗੁਰਦੁਆਰੇ ਜਾਣਾ ਨਹੀਂ, ਸਿਮਰਨ ਕਰਨਾ ਨਹੀਂ, ਸੁਰਤੀ ਲਾਉਣੀ ਨਹੀਂ, ਚਰਨ ਧੂੜ ਲੈਣੀ ਨਹੀਂ, ਬਾਣੀ ਵਿਚਾਰਨੀ ਨਹੀਂ। ਹੋਰਨਾਂ ਨੂੰ ਵੀ ਕਹਿੰਦਾ ਉੱਥੇ ਰੱਬ ਕਿਹਨੇ ਦੇਖਿਆ? ਨਾਲੇ ਕਿਹੜੀ ਅਗਲੀ ਦੁਨੀਆ ਹੈਗੀ ਆ? ਬਸ ਆਪ ਤਾਂ ਵਿਗੜਿਆ ਹੁੰਦਾ, ਵਿਗਾੜੇ ਲੋਈ ਦੁਨੀਆ ਨੂੰ ਵਿਗਾੜ ਦਿੰਦਾ। ਦੁਬਾਜਰਾ ਮਨਮੁਖ ਅੜੀਅਲ, ਬਲਦ ਵਰਗਾ ਸੁਭਾਅ ਹੈ ਉਹਦਾ। ਬਲਦ ਵਨ ਵਨ ਕਾਉਨ ਸੋਹੀ, ਖਰਾ ਸਿਆਣਾ ਹੋਏ ਵਿਗੁੱਤਾ। ਕਹਿੰਦਾ ਵਨਾ ਵਨਾ ਵਿੱਚ ਆਲਣੇ ਤੇ ਤੋਂ ਬਗੈਰ ਕਾਂ ਫਿਰਦਾ, ਚੰਗਾ ਨਹੀਂ ਲੱਗਦਾ। ਉਹ ਬਹੁਤ ਸਿਆਣਾ ਬਣ ਕੇ ਖਰਾਬ ਹੀ ਹੁੰਦਾ ਹੈ। ਚੁੱਤੜ ਮਿੱਟੀ ਜਿਸ ਲੱਗੇ, ਜਾਣੇ ਭਸਮ ਕੁਮਾਰਾ ਕੁੱਤਾ। ਸੋ ਕੁੱਤੇ ਦੇ ਚੁੱਤੜਾਂ ਨੂੰ ਮਿੱਟੀ ਲੱਗੀ ਨਾ, ਗਾਰਾ ਗਲ ਜਾਏ, ਉਹ ਹੰਕਾਰ ਵਿੱਚ ਆਪਣੇ ਆਪ ਨੂੰ ਕੁਮਾਰ ਦਾ ਕੁੱਤਾ ਮੰਨਦਾ। ਦੇਖਿਆ ਜੀ, ਚੁੱਤੜ ਮਿੱਟੀ ਜਿਸ ਲੱਗੇ, ਜਾਣੇ ਖਸਮ ਕੁਮਾਰਾ ਕੁੱਤਾ। ਤੋ ਜਿਸ ਕੁੱਤੇ ਦੇ ਚਿੱਤੜਾਂ ਨੂੰ ਮਿੱਟੀ ਲੱਗ ਜਾਏ, ਗਾਰਾ ਲੱਗ ਜਾਏ, ਉਹ ਹੰਕਾਰ ਨਾਲ ਆਪਣੇ ਆਪ ਨੂੰ ਘੁਮਿਆਰਾਂ ਦਾ ਕੁੱਤਾ ਮੰਨਦਾ। ਦੇਖ ਲਓ, ਬਬਾਣੀਆਂ ਕਹਾਣੀਆਂ ਘਰ ਘਰ ਬਹਿ ਬਹਿ ਕਰਨ ਕਪੁੱਤਾ। ਸੋ ਖੋਟੇ ਪੁੱਤਰ ਆਪਣੇ ਵੱਡਿਆਂ ਦੀਆਂ ਕਹਾਣੀਆਂ ਘਰ ਘਰ ਬਹਿ ਕੇ ਕਰਦੇ ਹਨ, ਭਾਵ ਸ਼ੇਖੀਆਂ ਮਾਰਦੇ ਹਨ, ਤੇ ਆਪ ਕਰਦੇ ਕੁਝ ਨਹੀਂ। ਆਗੂ ਹੋਏ ਮੁਹਾਇੰਦਾ, ਸਾਥ ਛੱਡ ਚੌਰਾਹੇ ਸੁੱਤਾ। ਸੋ ਜਿਹੜਾ ਪੁਰਸ਼ ਆਗੂ ਹੋ ਕੇ ਆਪਣੇ ਸਾਥ ਨੂੰ ਛੱਡ ਕੇ ਚੌਰਾਹੇ ਵਿੱਚ ਜਾ ਸੌਂਦਾ ਹੈ, ਉਹ ਆਪਣੇ ਆਪ ਤੇ ਸਾਥੀਆਂ ਨੂੰ ਲੁਟਾ ਬੈਠਦਾ ਹੈ। ਜੰਮੀ ਸਾਖ ਉਜਾੜਦਾ, ਗਲਿਆਂ ਸੇਤੀ ਮਿਉ ਕੁਰੁੱਤਾ। ਤੋ ਕੂੜਿਆਂ ਵਾਲਾ ਕੁਰੱਤਾ ਮੀਂਹ, ਗੜਿਆਂ ਵਾਲਾ ਕੁਰੱਤਾ ਮੀਂਹ, ਗੜਿਆਂ ਵਾਲਾ। ਜੰਮੀ ਸਾਥ ਉਜਾੜਦਾ, ਗੜਿਆਂ ਵਾਲਾ ਕੁਰੱਤਾ ਮੀਂਹ, ਜੰਮੀ ਉੱਗੀ ਹੋਈ ਖੇਤੀ ਨੂੰ ਉਜਾੜ ਦਿੰਦਾ। ਦੁਖੀਆ ਦੁਸ਼ਟ ਦੁਬਾਜਰਾ, ਖੱਟਰ ਬਲਦ ਜਿਵੇਂ ਹਲ ਜੁੱਤਾ। ਦੁਖੀਆ ਦੁਸ਼ਟ ਦੁਬਾਜਰਾ, ਮਨਮੁਖ ਜਿਹਨੇ ਅੰਮ੍ਰਿਤ ਨਹੀਂ ਛਕਿਆ, ਅੜੀਅਰ ਬਲਦ ਵਾਂਗੂ ਹਲ ਵਿੱਚ ਜੁੱਤਾ ਦੁਖੀ ਹੁੰਦਾ ਹੈ। ਹਲ ਵਿੱਚ ਜੁੱਤਾ ਹੀ ਡਮ ਡਮ ਸਾਨ ਉਜਾੜੀ ਮੁੱਤਾ। ਤੇ ਉਸ ਬਲਦ ਸਾਨ ਅੱਗ ਦਾ ਦਾਗ ਲਾ ਕੇ ਉਜਾੜ ਵਿੱਚ ਛੱਡਿਆ ਜਾਂਦਾ। ਉਜਾੜੀ ਮੁੱਤਾ, ਉਹ ਕਿਸੇ ਕੰਮ ਦਾ ਨਹੀਂ, ਖੇਤੀ ਦਾ ਹੀ ਉਜਾੜਾ ਕਰੂਗਾ। ਆਪਣੇ ਸਾਨ ਛੱਡੇ ਹੁੰਦੇ ਨਾ ਨਿਸ਼ਾਨ ਲਾ ਕੇ, ਬਸ ਬਲਦ ਨੂੰ ਸਾਨ ਉਦੋਂ ਦਾ ਦੇਖੋ ਸਾਨ ਦਾਗ ਕੇ ਛੱਡ ਦਿੰਦੇ ਆ, ਬਸ ਕਿਸੇ ਕੰਮ ਨਾ ਕਾਰ ਨਾ ਫਸਲ ਉਜਾੜਦਾ ਰਹਿੰਦਾ ਆ। ਪੌੜੀ 11। ਦੁਬਾਜਰਾ ਮਨੁੱਖ ਦੁਖੀ ਰਹਿੰਦਾ, ਦੁਖੀ ਰਹਿੰਦਾ। ਦੁਖੀਆ ਦੁਸ਼ਟ ਦੁਬਾਜਰਾ, ਤਾਮੇ ਰੰਗੋਂ ਕਹਿਆ ਹੋਵੇ। ਦੁਖੀਆ ਦੁਸ਼ਟ ਦੁਬਾਜਰਾ ਮਨਮੁਖ ਕਹਿ ਦੀ ਧਾਂਤ ਵਰਗਾ ਹੁੰਦਾ।
ਜੋ ਤਾਂਬੇ ਤੋਂ ਕਹਿ ਵਰਗਾ ਬਣ ਜਾਂਦਾ। ਬਾਹਰ ਦਿਸੇ ਉਜਲਾ ਅੰਦਰ ਮਸ ਨਾ ਧੋਪੈ ਰੋਵੇ। ਤੋ ਉਹ ਬਾਹਰੋਂ ਤਾਂ ਬਹੁਤ ਸੋਹਣਾ ਹੁੰਦਾ ਹੈ, ਉਜਲਾ ਦਿਸਦਾ, ਪਵਿੱਤਰ ਦਿਸਦਾ, ਸੋਹਣਾ ਦਿਸਦਾ, ਪਰ ਅੰਦਰੋਂ ਕਾਲਾ ਹੁੰਦਾ। ਉਸਦੀ ਕਾਲਖ ਧੋਤਿਆਂ ਵੀ ਧੋਤੀ ਨਹੀਂ ਜਾਂਦੀ। ਸੰਨੀ ਜਾਨ ਲੋਹਾਰ ਦੀ ਹੋਏ ਦਮੂਹੀ ਕੋ ਸੰਗ ਵਗੋਵੇ। ਤੋ ਮਨਮੁਖ ਲੋਹਾਰ ਦੀ ਸੰਨੀ ਵਰਗਾ ਦੋ ਮੂੰਹ ਵਾਲੀ ਹੁੰਦੀ ਹੈ। ਉਹ ਕੁਸੰਗਤ ਕਰਕੇ ਖੱਜਲ ਖੁਆਰ ਹੀ ਹੁੰਦੀ ਹੈ ਭਾਈ। ਤੋ ਖਣ ਤੱਤੀ ਆਰਨ ਵੜੇ, ਖਣ ਠੰਡੀ ਜਲ ਅੰਦਰ ਟੋਵੇ। ਉਹ ਖਿੰਨ ਵਿੱਚ ਤੇ ਤੱਤੀ ਭੱਠੀ ਵਿੱਚ ਜਾ ਵੜਦੀ ਹੈ। ਖਿੰਨ ਵਿੱਚ ਠੰਡੇ ਪਾਣੀ ਦੇ ਟੋਏ ਵਿੱਚ ਵੜ ਕੇ ਠੰਡੀ ਹੁੰਦੀ ਹੈ। ਤੁਮਾ ਦਿਸੇ ਸੋਹਣਾ ਚਿੱਤਰ ਮਤਾਲਾ ਵਿਸ ਵਲੋਵੇ। ਸੋ ਤੁਮਾ ਚਿੱਤਰ ਮਤਾਲਾ ਰੰਗ ਦਾ ਬੜਾ ਸੋਹਣਾ ਦਿਸਦਾ ਹੈ, ਪਰ ਅੰਦਰ ਤੋਂ ਉਸਦੇ ਜ਼ਹਿਰ ਹੀ ਰਿੜਕਦਾ, ਜ਼ਹਿਰ ਹੀ। ਸਾਉ ਨਾ ਕੌੜਾ ਸਹਿ ਸਕੈ ਜੀਬੇ ਛਾਲੇ ਅੰਜੂ ਰੋਵੇ। ਤੇ ਉਸ ਤੁਮੇ ਦੇ ਸਵਾਦ ਨੂੰ ਕੋਈ ਸਹਿ ਨਹੀਂ ਸਕਦਾ। ਖਾਣ ਵਾਲੇ ਦੀ ਜੀਭ ਤੇ ਛਾਲੇ ਪੈ ਜਾਂਦੇ ਹਨ ਤੇ ਅੱਖਾਂ ਵਿੱਚ ਹੰਝੂ ਭਰ ਭਰ ਕੇ ਰੋਂਦਾ, ਇੰਨਾ ਕੌੜਾ ਹੁੰਦਾ। ਕਲੀ ਕਲੇਰ ਨਾ ਹਾਰ ਪਰੋਵੇ। ਕਲੇਰ ਦੀਆਂ ਕਲੀਆਂ ਨਾਲ ਕੋਈ ਹਾਰ ਨਹੀਂ ਬਣਾ ਕੇ ਗਲ 'ਚ ਪਾ ਲੈਂਦਾ। ਕਿਉਂ? ਉਹਨਾਂ ਵਿੱਚ ਸੁਗੰਧੀ ਨਹੀਂ ਹੁੰਦੀ। ਹੁੰਦੀਆਂ ਸੋਹਣੀਆਂ, ਸੁਗੰਧੀ ਨਹੀਂ ਹੁੰਦੀ। ਮਨਮੁਖ ਹੈ, ਬਾਹਰੋਂ ਤਾਂ ਬਹੁਤ ਸੋਹਣਾ ਹੈ ਤੇ ਅੰਦਰੋਂ। ਇੱਕ ਗੱਲ, ਵਾਹਿਗੁਰੂ ਦੇ ਨਾਮ ਜਪਣ ਤੋਂ ਬਗੈਰ ਤੁਸੀਂ ਸੋਹਣੇ ਦੈਵੀ ਗੁਣਾਂ ਵਾਲੇ ਗੁਰੂ ਨਾਨਕ ਵਰਗੇ ਨਹੀਂ ਹੋ ਸਕਦੇ। ਕੋਈ ਬੰਦਾ ਨਾਮ ਸਿਮਰਨ ਤੋਂ ਬਗੈਰ ਕਰੈਕਟਰ ਤੋਂ ਨਹੀਂ ਬਚ ਸਕਦਾ, ਵੱਡੀ ਤੋਂ ਨਹੀਂ ਬਚ ਸਕਦਾ। ਨਹੀਂ, ਇੱਕ ਗੱਲ ਯਾਦ ਰੱਖ ਲੈਣੀ ਹੈ। ਪੌੜੀ 12, ਦੂਜਾ ਭਾਵ ਮਨਮੁਖ ਨੂੰ ਅੱਗੇ ਹਾਰ ਦਿੰਦਾ। ਮਨਮੁਖ ਦੀਆਂ ਕਿੰਨੀਆਂ ਵਾਰਾਂ ਨੇ। ਦੁਖੀ ਦੁਸ਼ਟ ਜਬਾਦਰਾ ਸੂਤਰ ਮੁਰਗ ਹੋਏ ਕੰਮ ਨਾ ਆਵੇ। ਸ਼ੁਤਰ ਮੁਰਗ ਦੇਖਿਆ ਤੁਸੀਂ? ਫੜਿਆ ਨਹੀਂ ਜਾਂਦਾ। ਊਠ ਪੰਛੀ ਹੈ, ਬੜਾ ਵੱਡਾ ਹੁੰਦਾ ਜੀ। ਮੈਂ ਇੱਕ ਵਾਰੀ ਟੀਵੀ ਦੇਖ ਰਿਹਾ ਸੀ, ਡਿਸਕਵਰੀ, ਤੇ ਸ਼ੁਤਰ ਮੁਰਗ ਮਗਰ ਸ਼ੇਰ ਲੱਗ ਗਿਆ। ਉਹਨੇ ਸ਼ੇਰ ਦੀਆਂ ਪੁਆਟਨੀਆਂ ਖਿਲਾਤੀਆਂ। ਇੰਨਾ ਤੇਜ਼ ਦੌੜਦਾ, ਇੰਨਾ ਤੇਜ਼ ਦੌੜਦਾ ਕਿ ਸ਼ੇਰ ਥੱਕ ਗਿਆ, ਛੱਡ ਕੇ ਚਲਾ ਗਿਆ ਪਰੇ, ਚੱਕਰ ਪਾ ਦਿੰਦਾ। ਤੋ ਸ਼ੁਤਰ ਮੁਰਗਾ ਊਠ ਪੰਛੀ ਕਹਿੰਦਾ, ਦੁੱਖ ਦੇਣ ਵਾਲਾ ਦੁਖੀਆ ਦੁਸ਼ਟ ਦੁਬਾਦਰਾ ਮਨਮੁਖ ਸ਼ੁਤਰ ਮੁਰਗ ਵਾਂਗੂ ਲੰਬਾ ਉੱਚਾ ਹੋ ਕੇ ਵੀ ਕਿਸੇ ਦੇ ਕੰਮ ਨਹੀਂ ਆਉਂਦਾ, ਕਿਸੇ ਦੇ ਕੰਮ ਨਹੀਂ ਆਉਂਦਾ। ਉੱਡੇ ਨਾ ਲੱਦੀਏ ਪੁਰਸਸ ਹੋਈ ਆਪ ਲਖਾਵੇ। ਪੁਰਸਸ ਪੁੱਛ, ਉੱਡੇ ਨਾ ਲੱਦੀਏ। ਤੋ ਸ਼ੁਤਰ ਮੁਰਗ ਪੰਛੀਆਂ ਵਾਂਗੂ ਉੱਡ ਨਹੀਂ ਸਕਦਾ ਤੇ ਨਾ ਹੀ ਊਠਾਂ ਵਾਂਗੂ ਲੱਦਿਆ ਜਾਂਦਾ। ਕੋਈ ਗੁਣ ਨਾ ਵੀ ਹੁੰਦਿਆਂ ਆਪਣੇ ਆਪ ਨੂੰ ਵੱਡਾ ਚਤਾਉਂਦਾ, ਆਪਣੇ ਆਪ ਨੂੰ ਵੱਡਾ ਚਤਾਉਂਦਾ। ਹਸਤੀ ਦੰਦ ਵਿਖਾ ਲੀਆਂ, ਹੋਰ ਦਿਖਾਲੇ ਹੋਰ ਦਿਖਾਵੇ। ਹਾਥੀ ਦੇ ਦੰਦ ਕਹੀਦੇ ਹਨ, ਦਿਖਾਉਣ ਵਾਲੇ ਹੋਰ ਹੁੰਦੇ ਆ, ਖਾਣ ਵਾਲੇ ਹੋਰ ਹੁੰਦੇ ਹਨ। ਬੱਕਰੀਆਂ ਨੂੰ 4 ਥਣ, ਦੋਏ ਗਲ ਵਿੱਚ, ਦੋਏ ਲੇਵੇ ਲਾਵੇ। ਸੋ ਬੱਕਰੀਆਂ ਦੇ 4 ਥਣ ਹੁੰਦੇ ਹਨ, 2 ਗਲ ਵਿੱਚ ਤੇ 2 ਹਵਾਨੇ ਨਾਲ ਲੱਗੇ ਹੁੰਦੇ ਹਨ। ਇੱਕ ਨਹੀਂ ਦੁੱਧ ਸਮਾਵਦਾ, ਇੱਕ ਠਗਾਊ ਠੱਗ ਠਗਾਵੇ। ਤੋ ਇੱਕ ਨਾ ਵਿੱਚ ਤਾਂ ਦੁੱਧ ਹੈ ਤੇ ਦੂਜੇ ਗਲ ਵਾਲੇ ਠਗਾਊ ਠੱਗ ਹੋ ਕੇ ਲੋਕਾਂ ਨੂੰ ਠੱਗਦੇ ਹਨ। ਮੋਹਰਾਂ ਅੱਖੀ 4 ਕੋਈ ਦੇਖਣ ਉਨੀ ਦਿਸ ਨਾ ਆਵੇ। ਮੋਹਰਾਂ ਦੀਆਂ ਅੱਖਾਂ 4 ਹੁੰਦੀਆਂ ਹਨ। ਸਿਰ ਵਾਲੀਆਂ ਅੱਖਾਂ ਦੇਖਦੀਆਂ ਪਰ ਉੱਪਰ ਖੰਭਾਂ ਵਾਲੀਆਂ ਅੱਖਾਂ ਨੂੰ ਕੁਝ ਨਹੀਂ ਦਿਸਦਾ। ਦੂਜਾ ਭਾਉ ਕੁਦਾਉ ਹਰਾਵੇ। ਸੋ ਮਾਇਆ ਵੱਲ ਪਿਆਰ, ਵਿਕਾਰਾਂ ਨਾਲ ਪਿਆਰ, ਅਗਿਆਨਤਾ ਜ਼ਿੰਦਗੀ ਦੀ ਖੇਡ ਖੇਡਣ ਲਈ ਗਲਤ ਤਰੀਕਾ ਅੱਗੇ ਹਰਾ ਦਿੰਦਾ। ਜੀਵ ਹਾਰ ਗਿਆ, ਜੀਵ ਰੱਬ ਹਾਰ ਗਿਆ, ਅੰਦਰਲਾ ਗੁਰੂ ਨਾਨਕ ਹਾਰ ਗਿਆ। ਨਰਕਾਂ ਵਿੱਚ ਕਰੋੜਾਂ ਸਾਲ ਦਾ ਭੁਗਤਾਨ ਪੈ ਜਾਣਾ। ਪੌੜੀ 13ਵੀਂ ਕਹਿੰਦਾ, ਦੰਮਲ ਵੱਜੇ ਦੋ ਤੀਰੀ, ਖਾਏ ਤਮਾਚੇ ਬੰਧਨ ਜੜਿਆ।
ਦੂਜਾ ਭਾਉ ਨਰਕਾਂ ਵਿੱਚ ਸੜਦਾ ਹੈ। ਦੰਮਲ ਹੁੰਦਾ ਢੋਲ, ਮਰਦੰਗ। ਢੋਲ ਬੰਦਰਾਂ ਦਾ ਵੱਜਿਆ ਹੋਇਆ ਦੋਵਾਂ ਪਾਸਿਆਂ ਤੋਂ ਵੱਜਦਾ, ਮਾਰਿਆ ਜਾਂਦਾ, ਚਪੇੜਾਂ ਖਾਂਦਾ। ਮਨਮੁਖ ਵੀ ਇਸੇ ਬੰਧਨਾਂ ਦਾ ਵੱਜਿਆ ਅੱਗੇ ਢੋਲ ਵਾਂਗੂ ਮਾਰ ਖਾਂਦਾ। ਵੱਜਣ ਰਾਗ ਰਬਾਬ ਵਿੱਚ ਕੰਨ ਮਰੋੜੀ ਫਿਰ ਫੜਿਆ। ਤੂੰ ਰਬਾਬ ਵਿੱਚੋਂ ਰਾਗ ਵੱਜਦੇ ਹਨ ਤੇ ਉਸਦੇ ਕੰਨ ਫਿਰ ਮਰੋੜੇ ਜਾਂਦੇ ਹਨ, ਫੜੇ ਜਾਂਦੇ ਹਨ। ਤੂੰ ਖਾਨ ਮਜੀਰੇ ਟੱਕਰਾਂ ਸਿਰ ਤਨ ਭੰਨ ਮਰਦੇ ਕਰ ਧੜਿਆ। ਤੂੰ ਛੇਣੇ ਆਪੋ ਵਿੱਚ ਹੀ ਟੱਕਰਾਂ ਖਾਂਦੇ ਹਨ ਤੋ ਸਿਰ ਤੇ ਤਨ ਨੂੰ ਭੰਦੇ ਹੋਏ ਧੜ ਕਰਕੇ ਮਾਰਦੇ ਹਨ। ਮਨਮੁਖ ਵੀ ਟੱਕਰਾਂ ਖਾਂਦੇ ਹਨ, ਸਿਰ ਮਾਰ ਕੇ ਪਟਕਾਉਂਦੇ ਹਨ। ਸਿਰ ਮਾਰ ਕੇ ਪਟਕਾਉਂਦੇ ਮੈਂ ਤੇ ਮਰਦੇ। ਮੈਂ ਕੀ ਕਰ ਬੈਠਾ। ਖਾਲੀ ਵੱਜੇ ਵੰਜਲੀ ਦੇ ਚੁਲਾਕ ਨਾ ਅੰਦਰ ਵੜਿਆ। ਬੰਸਰੀ ਖਾਲੀ ਹੋਵੇ ਤਾਂ ਵੱਜਦੀ ਹੈ, ਜੇ ਉਸ ਵਿੱਚ ਕੋਈ ਚੀਜ਼ ਫਸ ਜਾਏ ਤਾਂ ਸਾਫ਼ ਕਰਨ ਲਈ ਸਿਲਾਈ ਫੇਰੀ ਜਾਂਦੀ ਹੈ। ਸੋਇਨੇ ਕਲਸ ਸਵਾਰੇ ਐ ਭੰਨਾ ਘੜਾ ਨਾ ਜਾਈ ਘੜਿਆ। ਸੋਨੇ ਦਾ ਘੜਾ ਟੁੱਟ ਜਾਏ ਤਾਂ ਬਗਾਲ ਕੇ ਫਿਰ ਸਵਾਰ ਲਈਦਾ, ਤੇ ਜੇ ਮਿੱਟੀ ਦਾ ਘੜਾ ਭੱਜ ਜਾਏ ਟੁੱਟ ਜਾਏ ਤੇ ਫਿਰ ਘੜਿਆ ਨਹੀਂ ਜਾਂਦਾ। ਸਰੀਰ ਇੱਕ ਵਾਰੀ ਟੁੱਟ ਗਿਆ, ਮਰ ਗਿਆ, ਦੁਬਾਰਾ ਨਹੀਂ ਮਿਲਣਾ, ਸਿੱਧਾ ਨਰਕਾਂ ਵਿੱਚ। ਦੂਜਾ ਭਾਉ ਸੜਾਣੇ ਸੜਿਆ। ਭਾਈ ਦੂਜਾ ਭਾਉ ਇਸੇ ਤਰ੍ਹਾਂ ਮਾਇਆ ਦਾ ਪਿਆਰ, ਸਰੀਰ ਨਾਲ ਪਿਆਰ, ਵਿਕਾਰਾਂ ਨਾਲ ਪਿਆਰ, ਖਾਣ ਪੀਣ ਨਾਲ ਪਿਆਰ ਨਰਕਾਂ ਦੀ ਅੱਗ ਵਿੱਚ ਸੜਦਾ ਹੈ। ਜੀਵ ਰੱਬ ਨੂੰ ਸਾੜ ਦਿੰਦਾ ਭਾਈ ਓਏ, ਅੰਦਰਲਾ ਪੱਖ ਹੀ ਸੜ ਜਾਂਦਾ। ਸਰੀਰ ਤੇ ਇੱਥੇ ਹੀ ਸੜ ਜਾਂਦਾ, ਸਰੀਰ ਤੇ ਇੱਥੇ ਹੀ ਸੜ ਜਾਂਦਾ। ਦੂਜਾ ਭਾਉ ਸੜਾਣੇ ਸੜਿਆ, ਸੜ ਗਿਆ। 14ਵੀਂ ਪੌੜੀ। ਦੁਖੀਆ ਦੁਸ਼ਟ ਦੁਬਾਜਰਾ ਬਗਲ ਸਮਾਦ ਰਹੇ ਇੱਕ ਟੰਗਾ। ਲਓ ਕਹਿੰਦਾ ਦੁਖੀਆ ਦੁਸ਼ਟ ਦੁਬਾਜਰਾ ਮਨਮੁਖ ਬਗਲੇ ਵਾਂਗ ਇੱਕ ਟੰਗ ਦੇ ਭਾਰ ਖਲੋਤਾ ਸਮਾਧੀ ਲਾ ਰੱਖਦਾ। ਬੱਜਰ ਪਾਪ ਨ ਉਤਰਨ ਘੁੱਟ ਜੀਆਂ ਖਾਏ ਵਿੱਚ ਗੰਗਾ। ਤੋ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਬੱਜਰ ਪਾਪ ਨਹੀਂ ਉਤਰਦੇ। ਸੋ ਬਗਲਾ ਵੀ ਸਮਾਧੀ ਲਾ ਕੇ ਪੰਡਤ ਗੰਗਾ ਵਿੱਚ ਪੜ ਕੇ ਜੀਆਂ ਨੂੰ ਹੀ ਖਾਂਦਾ। ਗੰਗਾ ਵਿੱਚ ਬੈਠਾ, ਨਹਾਉਣ ਨਾਲ ਪਾਪ ਨਹੀਂ ਉਤਰ ਜਾਂਦੇ। ਤੀਰਥ ਨਹਾਵੇ ਤੂੰਬੜੀ ਤਰ ਤਨ ਧੋਵੇ ਕਰ ਨੰਗਾ। ਤੇ ਤੁਮੇ ਵਰਗੀ ਜ਼ਹਿਰ ਨਾਲ ਭਰਿਆ ਮਨਮੁਖ ਜੇ ਤੀਰਥਾਂ ਤੇ ਇਸ਼ਨਾਨ ਕਰ ਵੀ ਲਵੇ ਤੇ ਤੁਮਾ ਸਰੀਰ ਨੰਗਾ ਕਰਕੇ ਤਰ ਕੇ ਇਸ਼ਨਾਨ ਕਰਦਾ ਹੈ, ਜ਼ਹਿਰ ਨਹੀਂ ਜਾਂਦੀ, ਅੰਦਰੋਂ ਵਿਕਾਰ ਨਹੀਂ ਜਾਂਦੇ, ਨਹਾਉਣ ਨਾਲ ਵਿਕਾਰ ਨਹੀਂ ਜਾਂਦੇ। ਤੋ ਮਨ ਵਿੱਚ ਵਸੇ ਕਾਲਕੂਟ ਭਰਮ ਨਾ ਉਤਰੇ ਕਰਮ ਕੁਟੰਗਾ। ਤੇ ਮਨਮੁਖ ਤੁਮੇ ਦੇ ਮਨ ਵਿੱਚ ਤੁਮੇ ਦੇ ਮਨ ਵਿੱਚ ਜ਼ਹਿਰ ਵਸਦੀ ਹੈ ਤੇ ਉਸਦੀ ਭਟਕਣਾ ਨਹੀਂ ਖਤਮ ਹੁੰਦੀ। ਕਿਉਂ? ਕਰਮ ਖੋਟੇ ਹਨ, ਵਿਕਾਰੀ ਹੈ, ਜ਼ਹਿਰੀ ਹੈ। ਵਰਮੀ ਮਾਰੀ ਨਾ ਮਰੇ ਬੈਠਾ ਜਾਏ ਪਤਾਲ ਭਿਅੰਗਾ। ਖੁੱਡ ਦੇ ਬੰਦ ਕਰਨ ਨਾਲ ਸੱਪ ਨਹੀਂ ਮਰਦਾ। ਵਰਮੀ ਉਹ ਤਾਂ ਪਤਾਲ ਵਿੱਚ ਜਾ ਵੜਦਾ। ਤੋ ਇਸੇ ਤਰ੍ਹਾਂ ਮਨਮੁਖ ਦਾ ਵਿਕਾਰੀ ਮਨ ਕਦੇ ਵਸ ਵਿੱਚ ਨਹੀਂ ਆ ਸਕਦਾ। ਉਤੋਂ ਇਸ਼ਨਾਨ ਕਰਨ ਨਾਲ ਅੰਦਰ ਜ਼ਹਿਰ ਵਸਦੀ ਰਹਿੰਦੀ ਹੈ। ਹਸਤੀ ਨੀਰ ਨਵਾਲੀਏ ਨਿਕਲ ਕੇ ਉਡਾਏ ਅੰਗਾ। ਹਾਥੀ ਨੂੰ ਪਾਣੀ ਨਾਲ ਇਸ਼ਨਾਨ ਕਰਵਾ ਦਈਏ, ਪਾਣੀ ਤੋਂ ਬਾਹਰ ਨਿਕਲ ਕੇ ਸੁਆਹ ਮਿੱਟੀ ਸਰੀਰ ਤੇ ਪਾ ਲੈਂਦਾ। ਦੂਜਾ ਭਾਉ ਸੁਆਹ ਨਾ ਚੰਗਾ। ਮਾਇਆ ਦੇ ਪਿਆਰ ਦਾ ਸੁਆਦ ਚੰਗਾ ਨਹੀਂ। ਮਾਇਆ ਜ਼ਹਿਰ ਹੈ, ਵਿਕਾਰੀ ਹੈ, ਅਗਿਆਨੀ ਹੈ, ਤੁਹਾਨੂੰ ਡੋਬ ਦੇਗੀ। ਪੌੜੀ 15ਵੀਂ। ਮਨਮੁਖ ਜਮਾਂ ਦੀਆਂ ਚੋਟਾਂ ਸਹਿੰਦਾ। ਦੂਜਾ ਭਾਉ ਦੁਬਾਜਰਾ ਮਨ ਪਾਟੇ ਖਰਬਾੜੂ ਖੀਰਾ। ਖਰਬਾੜੂ ਖੀਰਾ ਫਿੱਟਿਆ